ਸਾਹਿਬ ਦੀ ਹਜ਼ੂਰੀ ਵਿੱਚ ਨਿਵਾਜੀ ਗੁਰੂ ਸੰਗਤ ਜੀਓ, ਇੱਕ ਓਂਕਾਰ ਨੂੰ ਆਪਣੀ ਸੁਰਤ ਤੇ ਰੂਹ ਵਿੱਚ ਉਤਾਰਦੇ ਹੋਏ ਫਤਿਹ ਦਾ ਜਵਾਬ ਫਤਿਹ ਨਾਲ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਹੁਣੇ ਸਿੱਖ ਕਾਉਂਸਲ ਸਕਾਟਲੈਂਡ ਤੋਂ ਉਹਨਾਂ ਦੇ ਪ੍ਰਤੀਨਿਧੀਆਂ ਤੋਂ ਸੁਣ ਰਹੇ ਸੀ ਕਿ ਸਿੱਖਲੀ ਘਰਾਂ ਦੇ ਨਾਲ ਜਿਹੜੀ ਉਹਨਾਂ ਦੀ ਇਸ ਵੇਲੇ ਕੰਡੀਸ਼ਨ ਆ, ਉਹਨੂੰ ਕਿਵੇਂ ਅਪਲਿਫਟ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ। ਮੇਰਾ ਵਿਸ਼ਾ ਹੈਗਾ 10ਵੇਂ ਪਾਤਸ਼ਾਹ ਤੇ ਗੱਲ ਕਰਨ ਦਾ, ਤੇ ਮੈਂ ਉੱਥੋਂ ਹੀ ਗੱਲ ਸ਼ੁਰੂ ਕਰਦਾ। ਅਸੀਂ ਜਿਹੜੇ ਗੁਰੂ ਸਾਹਿਬਾਨ ਦੇ ਨਾਲ ਖੜੇ ਸਨ, ਜਿਨ੍ਹਾਂ ਨੇ ਗੁਰੂ ਸਾਹਿਬਾਨ ਨੂੰ, ਤੁਹਾਨੂੰ ਥੋੜਾ ਅਜੀਬ ਵੀ ਲੱਗੂਗਾ ਜੇ ਨਹੀਂ ਹਿਸਟਰੀ ਦਾ ਪਤਾ, 10ਵੇਂ ਪਾਤਸ਼ਾਹ ਤੋਂ ਪਹਿਲਾਂ 9ਵੇਂ ਪਾਤਸ਼ਾਹ ਵੇਲੇ ਤੋਂ ਹੀ, ਤੇ 10ਵੇਂ ਪਾਤਸ਼ਾਹ ਦੇ ਵੇਲੇ ਤਾਂ ਕੀਤਾ ਹੀ ਕੀਤਾ, 9ਵੇਂ ਪਾਤਸ਼ਾਹ ਦੇ ਵੇਲੇ ਤੋਂ ਜਿਨ੍ਹਾਂ ਨੂੰ ਅਸੀਂ ਆਮ ਤੌਰ ਤੇ ਬਾਜੀਗਰ, ਸਿੱਖਲੀਗਰ ਤੇ ਉਹਨਾਂ ਦੇ 16,000 ਤੋਂ ਵੱਧ ਪਿੰਡ ਹੈਗਾ, ਜਿਹਨੂੰ ਖਾਨਾ ਬਦੋਸ਼ ਵੀ ਆਖ ਦਿੱਤਾ ਜਾਂਦਾ ਕਿਉਂਕਿ ਸਾਰੀ ਟਰਾਈਬ ਇੱਕ ਥਾਂ ਨਹੀਂ ਰਹਿੰਦੀ। ਇਹ ਵੈਪਨ ਸਪਲਾਇਰਸ ਹੁੰਦੇ ਸੀ ਗੁਰੂ ਸਾਹਿਬਾਨ ਦੇ। ਉਹਨਾਂ ਦੇ ਜਿਹੜੇ ਆਪਾਂ ਸ਼ਸਤਰ ਦੀ ਗੱਲ ਕਰਦੇ ਆ ਨਾ, ਕਈ ਬੰਦੇ ਘਬਰਾ ਜਾਂਦੇ ਨੇ, ਘਬਰਾਉਣ ਦੀ ਲੋੜ ਨਹੀਂ। ਸਾਡੀ ਅਰਦਾਸ ਵਿੱਚ ਵੀ ਇਹ ਲਫ਼ਜ਼ ਆਉਂਦਾ ਜਿੱਥੇ ਅਸੀਂ ਕਹਿੰਦੇ ਆ ਸ੍ਰੀ ਸਾਹਿਬ ਜੀ ਸਹਾਇ। ਸ੍ਰੀ ਸਾਹਿਬ ਇਜ਼ ਅ ਕਿਰਪਾਨ, ਕਿ ਮੇ ਆਰਮਸ ਬੀ ਆਰ ਐਲਾਈਜ਼। ਤੁਹਾਨੂੰ ਪਤਾ ਕਿ UN ਜਿਹੜੀ ਵਰਲਡ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਮੰਨੀ ਜਾਂਦੀ ਆ, ਉਹਦੀ ਵੀ ਪੀਸ ਕੀਪਿੰਗ ਫੋਰਸ ਹੈਗੀ ਆ। ਵੈਟੀਕਨ ਦੇ ਵਿੱਚ ਵੀ ਸਵਿਸ ਗਾਰਡ ਹੈਗਾ। ਅਕਾਲ ਤਖਤ ਸਾਹਿਬ ਦੀ ਵੀ ਇਸੇ ਤਰ੍ਹਾਂ ਇੱਕ ਫੌਜ ਹੁੰਦੀ ਸੀ, ਤੇ ਗੁਰੂ ਸਾਹਿਬਾਨ ਨੇ ਉਹਨੂੰ ਇੰਸਟੀਟਿਊਸ਼ਨਲਾਈਜ਼ ਕੀਤਾ। ਉਸ ਫੌਜ ਲਈ ਜਿਹੜੇ ਵੈਪਨ ਮੇਕਿੰਗ ਦਾ ਕੰਮ ਸੀਗਾ, ਉਹ ਸਿੱਖਲੀ ਘਰ ਕਮਿਊਨਿਟੀ ਸਪੈਸ਼ਲੀ ਕਰਕੇ ਦਿੰਦੀ ਹੁੰਦੀ ਸੀ। ਮੈਂ ਆਪ 98-99 ਦੇ ਵਿੱਚ 3 ਮਹੀਨੇ ਨਾਗਪੁਰ ਤੋਂ ਘੰਟਾ ਬੱਸ ਡਰਾਈਵ ਕਰਨ ਤੋਂ ਬਾਅਦ ਇੱਕ ਪਿੰਡ ਵਿੱਚ 3 ਮਹੀਨੇ ਰਿਹਾ ਉਹਨਾਂ ਦੀ ਐਜੂਕੇਸ਼ਨ ਦਾ ਕੰਮ ਕਰਨ ਲਈ। ਮੈਂ ਕਾਫੀ ਫੀਲਡ ਟ੍ਰਿਪਸ ਕਰਦਾ ਰਹਿੰਦਾ ਕਮਿਊਨਿਟੀ ਨੂੰ ਸਮਝਣ ਲਈ, ਉਹਨਾਂ ਦੇ ਬੈਕਗਰਾਊਂਡਸ ਨੂੰ। ਤੇ ਇੱਥੇ ਜਿਹੜੀ ਗੱਲ ਦੱਸੀ ਜਾ ਰਹੀ ਆ ਬਖੂਬ ਹੈਗੀ, ਇਹਨੂੰ ਹੋਰ ਜਾਰੀ ਕਰਨ ਦੀ ਲੋੜ ਆ, ਕੰਟੀਨਿਊ ਕਰਨ ਦੀ ਲੋੜ ਆ। ਬੜੇ ਗੱਲ ਖਿਆਲ ਰੱਖਿਓ ਕਿ ਜਿਹੜੀਆਂ ਉਦਮਸ ਨੇ ਨਾ ਇਹਨਾਂ ਦੇ, ਇਹਨਾਂ ਨੂੰ ਸਸਟੇਨੇਬਲ ਬਣਾਉਣਾ ਬਹੁਤ ਜ਼ਰੂਰੀ ਆ। ਅਦਰਵਾਈਜ਼ ਮੈਂ ਪਿਛਲੇ 20 ਸਾਲਾਂ ਵਿੱਚ ਇਹੋ ਜਿਹੇ ਕਈ ਪ੍ਰੋਜੈਕਟਸ ਦੇਖੇ ਨੇ ਜਿਹੜੇ ਸ਼੍ਰੋਮਣੀ ਕਮੇਟੀ ਤੋਂ ਲੈ ਕੇ, ਇੰਸਟੀਚਿਊਟ ਆਫ ਸਿੱਖ ਸਟੱਡੀ ਤੋਂ ਲੈ ਕੇ, ਹੈਪੀਨੈਸ ਫਾਊਂਡੇਸ਼ਨ ਨੇ ਵੀ 22 ਪ੍ਰੋਜੈਕਟਸ ਇਹਦੇ ਬਣਾਏ ਸੀਗੇ, ਬੰਗਲੌਰ ਦੀ ਸੰਗਤ ਨੇ ਵੀ ਬਣਾਏ ਨੇ, ਮੱਧ ਪ੍ਰਦੇਸ਼ ਦੀ ਸੰਗਤ ਨੇ ਵੀ ਬਣਾਏ ਨੇ। ਬਟ ਉਹ ਆਪਣੇ ਆਪ ਨੂੰ ਹੱਲਾਸ਼ੇਰੀ ਦੇਣ ਵਾਲੇ ਨਾ ਬਣ ਜਾਣ, ਫਿਰ ਉਹਨਾਂ ਦਾ ਕੋਈ ਫਾਇਦਾ ਨਹੀਂ ਹੋ। ਆਪਾਂ ਸੰਗਤੀ ਰੂਪ ਵਿੱਚ ਗੱਲ ਕਰ ਰਹੇ ਹਾਂ, ਕਿਉਂਕਿ ਗੁਰਬਾਣੀ ਵਿੱਚ ਬੜਾ ਕਲੀਅਰ ਹੈਗਾ ਕਿ ਜਿਹੜੇ ਸੇਵਾ ਦਾ ਕੰਮ ਆ, ਇਹ 10ਵੇਂ ਪਾਤਸ਼ਾਹ ਨਾਲ ਜੁੜ ਰਹੀ ਹੈ ਗੱਲ। ਕਿਉਂਕਿ ਅਸੀਂ ਜਿਹੜੇ ਆਪਣੇ ਆਪ ਨੂੰ ਵਾਰਿਸ ਸਮਝਦੇ ਆ ਨਾ 10ਵੇਂ ਪਾਤਸ਼ਾਹ ਦੇ, ਵਾਰਿਸ ਬਣਨਾ ਤੇ ਅਖਾਉਣਾ ਇੱਕ ਵੱਖਰੀ ਚੀਜ਼ ਆ, ਤੇ ਅਸਲੀਅਤ ਵਿੱਚ ਹੋਣਾ ਵੱਖਰੀ ਚੀਜ਼ ਆ। ਤੁਹਾਨੂੰ ਪਤਾ ਘਰ ਦੇ ਵਿੱਚ ਵੀ ਜੱਦੀ ਲੜਾਈ ਹੋ ਜਾਵੇ, ਸਾਰੇ ਆਪਣੇ ਆਪ ਨੂੰ ਵਾਰਿਸ ਅਖਾਉਣ ਲੱਗ ਜਾਂਦੇ ਨੇ। ਤੇ 10ਵੇਂ ਪਾਤਸ਼ਾਹ ਵੇਲੇ ਜਿਹੜੇ ਵਾਰਿਸ ਬਣ ਗਏ ਸੀ ਨਾ, ਜਿਹੜੀ ਉਸ ਵੇਲੇ ਦੀ ਅਰਿਸਟੋਕ੍ਰੈਟਿਕ ਕਲਾਸ ਆ, ਉਹਨੇ ਆਬਜੈਕਟ ਕੀਤਾ ਸੀ। ਅੰਮ੍ਰਿਤ ਛਕਾਉਣ ਵੇਲੇ ਵੀ ਆਬਜੈਕਟ ਕੀਤਾ ਸੀ, ਤੇ ਜਦ ਗੁਰਿਆਈ ਬਖਸ਼ੀ ਉਸ ਵੇਲੇ ਵੀ ਆਬਜੈਕਟ ਕੀਤਾ ਸੀ, ਇਨਕਲੂਡਿੰਗ ਬੁੱਲੇ ਸ਼ਾਹ ਵਰਗਿਆਂ ਨੇ ਵੀ। ਜਦੋਂ ਉਹਨੇ ਲਾਈਨ ਲਿਖੀ ਭੂਰੀਆਂ ਵਾਲੇ ਰਾਜੇ ਕੀਤੇ, ਕਿ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਸੀ, ਜਿਹੜੀਆਂ ਲਤਾੜੀਆਂ ਹੋਈਆਂ ਤੇ ਦਬਾਈਆਂ ਹੋਈਆਂ ਕੌਮਾਂ ਸੀ, ਅੱਜ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਗੁਰਿਆਈ ਬਖਸ਼ ਦਿੱਤੀ। ਇਹ ਕਿਵੇਂ ਹੋ ਸਕਦਾ? ਇੱਦਾਂ ਹੀ ਕੁਝ ਸਾਡੇ ਨਾਲ ਚੱਲ ਰਿਹਾ। ਅਸੀਂ ਜਿਹੜੇ ਆਪਣੇ ਆਪ ਨੂੰ ਵਾਰਿਸ ਸਮਝਦੇ ਹਾਂ, ਸਰੂਪ ਦੇ ਲੈਵਲ ਤੇ, ਰੁਤਬੇ ਦੇ ਲੈਵਲ ਤੇ, ਦੇਖਿਓ ਕੁਝ ਇੱਦਾਂ ਦੀ ਜਿਹੜੇ 22 ਘਰ ਦੇ ਰਾਜੇ ਕਰਦੇ ਸੀ, ਅਸੀਂ ਤਾਂ ਨਹੀਂ ਕੁਝ ਕਰ ਰਹੇ। ਤੇ ਜਿਹੜੇ ਐਕਚੁਅਲੀ ਵਾਰਿਸ ਨੇ, ਮੈਂ ਉਸ ਪਿੰਡ ਵਿੱਚ ਰਿਹਾ, ਬੰਦੇ ਨੇ ਆਪਣੀ ਕਮੀਜ਼ ਚੱਕੀ ਇੱਦਾਂ, ਤੇ ਉੱਥੇ ਨਾ ਜਿਵੇਂ ਸਰੋਰਿਟੀਜ਼ ਫਰਟਰਨਿਟੀਜ਼ ਵੈਂਟ ਦੀਆਂ ਛਾਪਾਂ ਮਾਰਦੀਆਂ ਲੋਹੇ ਦਾ, ਉੱਥੇ ਦਾਗਿਆ ਹੋਇਆ ਸੀ ਤੇ ਉੱਤੇ ਲਿਖਿਆ ਸੀ ਨਾਨਕ ਨਾਮ ਲੇਵਾ। ਮੈਂ ਕਿਹਾ ਆਹ ਕੀ ਆ? ਪੜ੍ਹਿਆ ਸੀ ਮੈਂ ਇਹਦੇ ਬਾਰੇ, ਦੇਖਿਆ ਉੱਥੇ ਪਹਿਲੀ ਵਾਰੀ। ਮੈਂ ਕਿਹਾ ਆਹ ਕੀ ਆ? ਕਹਿੰਦੇ ਸਾਨੂੰ ਜੀ ਪੰਜਾਬੀ ਆਉਂਦੀ ਨਹੀਂ, ਸਾਨੂੰ ਕੁਝ ਨਹੀਂ ਪਤਾ, ਸਾਨੂੰ ਸਿਰਫ ਇੰਨਾ ਪਤਾ ਅਸੀਂ ਗੁਰੂ ਨਾਨਕ ਨੂੰ ਬਿਲੋਂਗ ਕਰਦੇ ਹਾਂ। ਇਹ ਇੱਕ ਸਿੱਖ ਸਪਿਰਿਟ ਦੀ ਨਿਸ਼ਾਨੀ ਹੈ। ਮੈਂ ਹੈਦਰਾਬਾਦ ਦੇ ਇੱਦਾਂ ਹੀ ਇੱਕ ਦੱਖਣੀ ਸਿੱਖਾਂ ਦੇ ਗੁਰਦੁਆਰੇ ਗਿਆ, ਬੰਗਲੌਰ ਦੇ ਵਿੱਚ ਗਿਆ। ਦੱਖਣੀ ਸਿੱਖ ਮੈਂ ਤਾਂ ਕਹਿ ਰਿਹਾ ਜਿਹੜੀ ਨੇਟਿਵ ਪਾਪੂਲੇਸ਼ਨ ਆ, ਨੇਟਿਵ ਪਾਪੂਲੇਸ਼ਨ ਇਹ ਹੈ ਕਿ ਉਸ ਜਿਵੇਂ ਗਲਾਸਗੋ ਦੇ ਵਿੱਚ ਕੋਈ ਜੰਮਿਆ ਪਲਿਆ ਹੋਵੇ ਜਿਹੜਾ ਪੰਜਾਬ ਤੋਂ ਨਹੀਂ ਆਇਆ, ਜਦ ਉਹ ਸਿੱਖ ਬਣਦਾ,
ਇਹ ਉਹ ਸਿੱਖ ਸੀਗੇ, ਮਾਈਗ੍ਰੇਟ ਨਹੀਂ ਕੀਤਾ ਸੀ ਇਹਨਾਂ ਨੇ। ਕਿਉਂਕਿ ਗੱਲ ਉਹ ਚੱਲ ਰਹੀ ਹੈ, ਮੈਂ ਜੋੜਨਾ ਚਾਹੁੰਦਾ 10ਵੇਂ ਪਾਤਸ਼ਾਹ ਦੇ ਨਾਲ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਟ੍ਰੈਡੀਸ਼ਨ ਆ, ਤੁਸੀਂ ਕਿਵੇਂ ਯਾਦ ਕਰਦੇ ਹੋ ਅੱਜ ਗੁਰੂ ਨੂੰ? ਮੈਨੂੰ ਉਹਨਾਂ ਨੇ ਦੱਸਿਆ, ਕਹਿੰਦਾ ਸਾਡੇ ਘਰ ਜਦ ਕੋਈ ਕੁੜੀ ਜਾਂ ਮੁੰਡਾ ਦੋਨਾਂ ਚੋਂ ਕੋਈ ਵੀ ਜਾਂ ਜੰਮਦਾ, ਅਸੀਂ ਉਹਨਾਂ ਦੇ ਨਾਂ ਤੇ ਇੱਕ ਨਵਾਂ ਸ਼ਸਤਰ ਲੈ ਕੇ ਆਉਂਦੇ ਆ ਤਾਂ ਕਿ ਸਾਡੀ ਯਾਦ ਤਾਜ਼ਾ ਰਹੇ। ਇਦਾਂ ਅਸੀਂ ਜੁੜੇ ਸੀ ਗੁਰੂ ਦੇ ਨਾਲ। ਐਨੀਵੇ, ਅੱਜ ਜਦ ਮੈਂ ਸਵੇਰੇ ਉੱਠਿਆ, ਦਰਬਾਰ ਸਾਹਿਬ ਦਾ ਹੁਕਮ ਪੜ੍ਹਿਆ, ਟੈਕਨੋਲੋਜੀ ਦੇ ਰਾਹੀਂ ਐਟਲੀਸਟ ਹੁਕਮ ਦਾ ਤਾਂ ਪਤਾ ਲੱਗ ਹੀ ਜਾਂਦਾ ਕਿ ਅੱਜ ਮੈਨੂੰ ਗੁਰੂ ਕੀ ਕਰਨ ਲਈ ਕਹਿ ਰਿਹਾ। ਤੇ ਅੱਜ ਜਿਹੜਾ 2 ਸ਼ਲੋਕਾਂ ਦੇ ਬਾਅਦ ਪੌੜੀ ਲੱਗੀ ਸੀ ਤੇ ਅਖੀਰਲੀ ਲਾਈਨ ਪੌੜੀ ਦੀ ਸੀਗੀ, ਹਰ ਵੇਲੋ ਸਤਿਗੁਰ ਦਇਆ ਕਰ। ਦੇਖੋ, ਸਿੱਖਾਂ ਦੀ ਰਿਲੇਸ਼ਨਸ਼ਿਪ ਆ, ਜਿਵੇਂ ਉਹਨਾਂ ਨੇ ਕਹਿੰਦਾ ਨਾਨਕ ਨਾਮ ਲੈਵਾ, ਸਾਡੀ ਰਿਲੇਸ਼ਨਸ਼ਿਪ ਜੁੜੀ ਹੈ ਗੁਰੂ ਦੇ ਨਾਲ। ਸਾਡੀ ਅਹੁਦਿਆਂ ਦੇ ਨਾਲ, ਪਰਸਨਲ ਵੈਲਥ ਦੇ ਨਾਲ ਰਿਲੇਸ਼ਨਸ਼ਿਪ ਨਹੀਂ ਹੈ, ਅਸੀਂ ਬਣਾ ਲਈਦੀ ਹੈ ਭਾਵੇਂ। ਤੇ ਸ਼ਬਦ ਕਹਿ ਰਿਹਾ ਸੀਗਾ ਅੱਜ ਦਾ ਹੁਕਮ, ਹਰ ਮੇਲੋ ਸਤਿਗੁਰ ਦਇਆ ਕਰ। ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਨੇ, ਹਰ ਨੂੰ, ਆਲ ਪਰਵੇਸਿਵ ਵਾਹਿਗੁਰੂ ਨੂੰ, ਜਿਹੜਾ ਹਰ ਕਾਇਨਾਤ ਵਿੱਚ ਬੈਠਾ, ਮਤਲਬ ਹਰ ਬੰਦੇ ਵਿੱਚ ਵੀ ਬੈਠਾ। 7.2 ਬਿਲੀਅਨ ਪੀਪਲ ਲਿਵ ਔਨ ਦਿਸ ਅਰਥ ਟੁਡੇ। ਕਿ ਅਸੀਂ ਇਹ ਹਾਜ਼ਰ ਨਾਜ਼ਰ ਮੰਨਦੇ ਹਾਂ ਕਿ ਜਿਹਨੂੰ ਅਸੀਂ ਨਹੀਂ ਵੀ ਪਸੰਦ ਕਰਦੇ, ਉਹਦੇ ਵਿੱਚ ਵੀ ਖੁਦਾ ਬੈਠਾ। ਇਹ ਗੱਲ ਆ ਰਹੀ ਹੈ ਇੱਥੇ। ਹਰ ਦਾ ਮਤਲਬ ਇਹ ਆ, ਹਰ ਚੀਜ਼ ਨੂੰ ਗੋਡ ਨਾ ਬਣਾ ਦਿਓ, ਫਿਰ ਕੁਝ ਨਹੀਂ ਸਮਝ ਆਊਗਾ। ਹਰ ਦਾ ਮਤਲਬ ਹੈ ਜਿਹੜੇ ਹਰ ਥਾਂ ਤੇ ਵਿਆਪਕ ਆ, ਆਲ ਪਰਵੇਸਿਵਨੈਸ, ਹਰ ਜ਼ਰਰੇ ਜ਼ਰਰੇ ਚ। ਕਹਿੰਦੇ ਉਹਨੂੰ ਮੈਂ ਮਿਲਣਾ ਚਾਹੁੰਦਾ। ਤੇ ਦਇਆ ਕਰੋ, ਇਹ ਕੰਪੈਸ਼ਨ ਦਿਓ, ਇਹ ਕਿਰਪਾ ਕਰੋ। ਇਹ ਗੁਰਪ੍ਰਸਾਦ ਆ ਅਸਲੀ। ਅਸੀਂ ਗੁਰਪ੍ਰਸਾਦ ਵੀ ਕੁਝ ਹੋਰ ਬਣਾ ਲਿਆ, ਆਪਣੀ ਅਰਦਾਸਾਂ 'ਚ ਅਸੀਂ ਮੰਗੀ ਜਾਂਦੇ ਹਾਂ। ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ, ਗੁਰਬਾਣੀ 'ਚ ਆਇਆ। ਜੋ ਮਰਜ਼ੀ ਮੰਗੋ, ਸਾਨੂੰ ਰੋਕ ਨਹੀਂ ਕੀਤੀ, ਬਟ ਕਹਿੰਦੇ ਜੇ ਬੈਸਟ ਗੱਲ ਚੀਜ਼ ਮੰਗਣੀ ਆ, ਉਹ ਤਾਂ ਉਹਦੀ ਗਲੋਰੀ ਮੰਗੋ, ਟੂ ਲਿਵ ਇਨ ਦ ਗਲੋਰੀ ਆਫ ਦ ਡਿਵਾਈਨ। ਇਹ ਅੱਜ ਦਾ ਹੁਕਮ ਮੈਨੂੰ ਦੱਸ ਰਿਹਾ ਸੀ, ਨਾਲ ਮੈਂ ਗੱਲ ਜੋੜ ਰਿਹਾ। ਹਰ ਮੇਲੋ ਸਤਿਗੁਰ ਦਇਆ ਕਰ। ਕਹਿੰਦੇ ਜਿਹਨੂੰ ਇਸ ਕਿਸਮ ਦਾ ਰੱਬ ਦਾ ਅਹਿਸਾਸ ਹੋ ਗਿਆ, ਉਹ ਫਿਰ ਕੀ ਕਰੂਗਾ? ਗੁਰ ਕੋ ਬਲਿਹਾਰੀ। ਕਹਿੰਦੇ ਉਹ ਗੁਰੂ ਤੇ ਬਲਿਹਾਰ ਜਾਊਗਾ। ਆਪਾਂ ਸਾਰੇ ਕਹਿੰਦੇ ਆ ਨਾ, ਜਦ ਜੀ ਕਰਦਾ ਜਾਂ ਕਿਤੇ ਗੁਰਪੁਰਬ ਆ ਜਾਵੇ, ਕੋਈ ਜਸ਼ਨ ਮਨਾਉਣਾ ਹੋਵੇ, ਆਪਾਂ ਕਹਿੰਦੇ ਆ ਆਈ ਲਵ ਮਾਈ ਗੁਰੂ ਕਾਈਂਡ ਆਫ ਐਨ ਆਈਡੀਆ। ਬਲਿਹਾਰ ਜਾਣਾ ਕੁਝ ਹੋਰ ਗੱਲ ਆ। ਬਲਿਹਾਰ ਜਾਣਾ ਹੁੰਦਾ, ਆਪਾਂ ਸ਼ਗਨ ਦੇਣ ਵਾਲੀ ਵੀ ਕਹਿੰਦੇ ਵਾਰੀ ਜਾਵਾਂ, ਉਹਦੇ ਪਿੱਛੇ ਕੋਈ ਸਿਸਟਮ ਸੀ, ਕੋਈ ਗੱਲ ਸੀ, ਆਪਾਂ ਭੁੱਲ ਗਏ ਹੁਣ ਤਾਂ ਉਦਾਂ ਹੀ ਨੋਟਾਂ ਨੂੰ ਛਾਲਦੇ ਰਹਿੰਦੇ ਆ। ਉਹਦਾ ਮਤਲਬ ਇਹ ਹੁੰਦਾ, ਆਈ ਐਮ ਵਿਲਿੰਗ ਟੂ ਡੂ ਐਨੀਥਿੰਗ ਫॉर ਯੂ। ਕਿ ਮੇਰੇ ਕੋਲ ਜੋ ਵੀ ਸੱਤਾ ਹੈਗੀ ਹੈ, ਜੋ ਵੀ ਪਾਵਰ ਆ, ਜਿਹੜੀ ਵੀ ਵੈਲਥ ਆ, ਆਈ ਐਮ ਵਿਲਿੰਗ ਟੂ ਗਿਵ ਇਟ ਅਪ ਫॉर ਯੂ। ਇਹ ਬਹੁਤ ਵੱਡਾ ਸਟੇਟਮੈਂਟ ਹੁੰਦਾ ਬਲਿਹਾਰ ਜਾਣਾ। ਆਪਾਂ ਤਾਂ ਅੰਗਰੇਜ਼ੀ 'ਚ ਉਹਨੂੰ ਟੁੱਟੀ ਜਿਹੀਆਂ ਟ੍ਰਾਂਸਲੇਸ਼ਨਾਂ ਮੇਰੇ ਵਰਗੇ ਕਰਕੇ ਸੈਕਰੀਫਾਈਸ ਲਿਖਦੇ। ਸੈਕਰੀਫਾਈਸ ਨਹੀਂ ਆ ਉਹ ਜੁੜਿਓ ਕ੍ਰਿਸਚਨ ਆਈਡੀਆ। ਉਹ ਤਾਂ ਜਾ ਕੇ ਫਿਰ ਬਲੀ ਚੜਾਏ ਹੁੰਦੇ ਸੀ। ਇੱਥੇ ਆ ਕਿ ਬਲਿਹਾਰ ਜਾਣਾ, ਕਿ ਜਿਹੜਾ ਵੀ ਮੇਰਾ ਬਲ ਹੈਗਾ, ਜਿੰਨੀ ਵੀ ਮੇਰੀ ਸਟਰੈਂਥ ਆ, ਕਿਸੇ ਕੋਲ ਇੰਟੈਲੈਕਚੁਅਲ ਸਟਰੈਂਥ ਆ, ਕਿਸੇ ਕੋਲ ਪੋਲੀਟੀਕਲ ਸਟਰੈਂਥ ਆ, ਕਿਸੇ ਕੋਲ ਮਾਈਕੀ ਸਟਰੈਂਥ ਆ, ਸਟਰੈਂਥ ਹੈ ਨਾ ਵੱਖਰੀ ਵੱਖਰੀ। ਕਹਿੰਦਾ ਉਹ ਸਾਰਾ ਬਲ ਜਿਹੜਾ ਮੇਰੇ ਕੋਲ ਆ, ਉਹ ਮੈਂ ਤੈਨੂੰ ਦੇ ਰਿਹਾ, ਮੈਂ ਹਾਰ ਰਿਹਾ। ਮਤਲਬ ਆਈ ਗਿਵ ਇਟ ਅਪ ਫॉर ਯੂ। ਆਰ ਵੀ ਵਿਲਿੰਗ ਟੂ ਡੂ ਦਿਸ ਫॉर ਦ ਗੁਰੂ? ਇਹ ਕੁਐਸਚਨ ਆ ਸਾਡੇ ਲਈ। ਇਹ ਹੁਕਮ ਸਾਨੂੰ ਸਿਖਾ ਰਿਹਾ ਹੀ ਅੱਜ ਦਾ ਵੀ। ਤੇ ਇਹੋ ਜਿਹਾ ਗੁਰੂ ਇੱਕ ਸਾਡਾ 10 ਗੁਰੂਆਂ ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਏ ਨੇ। ਇੱਥੋਂ ਸਮਝੋ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਾ ਕੇ ਆ ਕਿ ਮੈਂ ਬਲਿਹਾਰ ਜਾਂਦਾ, ਸਿੱਖਾਂ ਦੀ ਸਟੋਰੀ ਉਹਨਾਂ ਦੀ ਸਟੋਰੀ ਆ। ਤੇ ਕਿਵੇਂ 10ਵੇਂ ਪਾਤਸ਼ਾਹ ਨੇ ਇਸ ਕਿਸਮ ਦੇ ਸਿੱਖ ਬਣਾਏ, ਜਿਹਦਾ ਵਰਡ ਅਸੀਂ ਖਾਲਸਾ ਵੀ ਯੂਜ਼ ਕਰਦੇ, ਇਹਦੀ ਗੱਲ ਕਰਨੀ ਚਾਹਾਂਗਾ। 45 ਮਿੰਟ ਦਾ ਟਾਈਮ ਜਿਹੜਾ ਬਚਿਆ ਉਹਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਪਹਿਲਾ ਕੰਮ ਜਿਹੜਾ ਇਸ ਗੁਰੂ ਨੂੰ ਬਲਿਹਾਰ ਜਾਣਾ। ਤੁਸੀਂ ਨਾ ਕਿਸੇ ਤੇ ਬਲਿਹਾਰੇ ਨਹੀਂ ਜਾ ਸਕਦੇ ਜੇ ਤੁਹਾਨੂੰ ਪਤਾ ਨਹੀਂ ਉਹਨਾਂ ਬਾਰੇ। ਕਿਸੇ ਅਜਨਬੀ ਕੋਲ ਜਾ ਕੇ ਤੁਸੀਂ ਕਹਿੰਦੇ ਹੋ ਪੈਸੇ ਵਾਰੀ ਜਾਂਦੇ ਹੋ, ਜੇ ਜਸ਼ਨ ਵੀ ਮੰਨ ਰਿਹਾ ਹੋਵੇ। ਤੁਸੀਂ ਦੇਖਿਆ ਹੋਵੇ ਕਿਸੇ ਵਿਆਹ ਸ਼ਾਦੀ ਤੇ ਵੀ ਜਾਓ, ਸ਼ਗਨ ਵੀ ਪਾਉਂਦੇ ਹੋ, ਨਹੀਂ ਤਾਂ ਦੇਖਾ ਦੇਖੀ ਪਾਉਂਦੇ ਹੋ, ਅਨਲੈਸ ਤੁਹਾਡੀ ਗੂੜੀ ਰਿਲੇਸ਼ਨਸ਼ਿਪ ਹੋਵੇ, ਫਿਰ ਤੁਸੀਂ ਕੁਝ ਨਹੀਂ ਦੇਖਦੇ। ਕਹਿੰਦੇ ਜਿੰਨੀ ਕੈਪੈਸਿਟੀ ਲਾ ਦਿਓ। ਬਟ ਜੇ ਫਰਜ਼ੀ ਤੌਰ ਤੇ ਕਰਨਾ ਹੋਵੇ, ਫਿਰ ਕਹਿੰਦੇ ਹੋ ਯਾਰ ਉਹਨੇ ਕਿੰਨੇ ਕੁ ਦਿੱਤੇ ਸੀ, ਕਈਆਂ ਨੇ ਨੋਟ ਵੀ ਕੀਤਾ ਤਾਂ ਉਹਨੇ ਤੁਸੀਂ ਦੇ ਆਉਂਦੇ ਹੋ। ਉਹ ਨਹੀਂ ਹੁੰਦਾ ਬਲਿਹਾਰੇ ਜਾਣਾ, ਉਹ ਫਰਜ਼ੀ ਕੰਮ ਆ। ਜਿਵੇਂ ਅਸੀਂ ਫਰਜ਼ੀ ਮੱਥਾ ਟੇਕਦੇ ਹਾਂ। ਜਦ ਦਇਆ ਸਿੰਘ ਮੱਥਾ ਟੇਕ ਰਹੇ ਨੇ, ਉਹ ਕੁਝ ਹੋਰ ਆ। ਜਦ ਸਾਹਿਬ ਸਿੰਘ ਮੱਥਾ ਟੇਕ ਰਿਹਾ, ਉਹ ਕੁਝ ਹੋਰ ਆ। ਜਦ ਭਾਈ ਨੰਦ ਲਾਲ ਗੋਇਆ ਮੱਥਾ ਟੇਕ ਰਹੇ ਨੇ, ਉਹ ਕੁਝ ਹੋਰ ਆ। ਉਹ ਸਮਝਣ ਦੀ ਲੋੜ ਕਿ ਜਿਹੜਾ ਬਲਿਹਾਰੇ ਜਾਣ ਦੀ ਤਿਆਰੀ ਕਰ ਰਿਹਾ। ਬਲਿਹਾਰੇ ਜਾਣਾ ਹੁੰਦਾ ਆਪਣੀ ਸਾਰੀ ਸਟਰੈਂਥ ਦੇ ਦੇਣੀ। ਸਟਰੈਂਥ ਜਿਹੜੀ ਵੀ ਕਿਸਮ ਦੀ ਹੋਵੇ, ਉਹਨਾਂ ਦੇ ਬਾਰੇ
भाई नंद लाल गोया ने लफ्ज, क्योंकि देखो 10वें पातशाह का बयान पूरी दुनिया चल रहा, 350 साल मनाए ने हिंदुस्तान दे विच भी, पटने दे विच भी, ते इंडियन नैशनलिज्म दस रहा सानू कि गुरु गोबिंद सिंह कौन आ। इस तो बचण की लोड़। मैं शुरू च ये गल करदा हां, जो इंडियन पॉलिटिक्स आ वो नहीं दस सकती सानू 10वां पातशाह की आ, क्योंकि अज दे हालातां विच 10वें पातशाह नूं चंगा कहा जा रहा, 70-80 साल पहला उन्होंने माड़ा कहा जाता सी, क्योंकि उस वेले ऑल इंडिया कांग्रेस का राज से, अज बीजेपी का राज आ। उस वेले गुरु नानक पातशाह नूं चंगा बंदे दस्या जाता सी, अज के माहौल दे विच गुरु नानक पातशाह नूं कुछ होर बनाया जा रहा। ये जिहड़ा मतभेद किया जा रहा ना सिखां दे विच, इस तो बचण की लोड़ आ। क्यों बचण की लोड़ आ? मेरे को प्रेजेंटेशन सी पर इस तो दिखाई नहीं देनी, मैं सीधी गल कर रहा हां। क्यों बचण की लोड़ आ? क्योंकि गुरु ग्रंथ साहब मुताबक तुसीं गुरु नूं नहीं समझ सकते जे गुरुआं नूं अलग अलग करके देखोगे। गुरबाणी च आ गया कि जो गुरु नानक सन उही गुरु अंगद सन, जो गुरु अंगद सन उही गुरु अमरदास, एंड ऑल द वे टू 10वें पातशाह। उहदे बारे सत्ते बलवंत दी वार च बड़ा क्लीयरली लिखिया कि जिहड़ा गुरु नानक आ ना, जिहड़े गुरु साहिबान ने, उन्हां दी जोत ते उन्हां दी जुगत वो इक्को जी आ। ओनली द बॉडी चेंज, सह काया फिर पलटी है। काया हुंदी है बॉडी, जोत हुंदी है लाइट, जोत हुंदी है विजडम, मतलब जिहड़ा ज्ञान आ, रब्बी ज्ञान, इल्हाम जिन्होंने आखते हैं आपां, जैसी में आवे खसम की बाणी आखते हैं गुरबाणी के लफ्जां च, वो पहले गुरु साहबान तो लैके 10वें गुरुआं तक इक्को ही सी। ते जुगत हुंदी है मैथडोलॉजी, कि जिहड़ा ज्ञान आ उन्होंने इंस्टीट्यूशनलाइज करना, उन्होंने इंप्लीमेंट करना, जुगत तरीका। कहते गुरु साहिबान का ज्ञान ते गुरु साहिबान नूं उस ज्ञान नूं असलीयत विच लैके आना, रियलिटी विच तब्दील करना बिल्कुल इक्को जी सी, सिर्फ बॉडी डिफरेंट सी, काया डिफरेंट सी। ये गल समझनी बहुत जरूरी है साडे लई। जे असीं समझ जाएंगे फिर सानू 10वां नानक गुरु गोबिंद सिंह महाराज भी पहले गुरु का ही रूप नजर आऊ। यही गल भाई नंद लाल गोया ने लिखी है कि हमू नानक अस्त, हमू गुरु गोबिंद सिंह, हमू नानक अस्त, पर्शियन में लिखे कि गुरु नानक भी मैं हाँ ते गुरु गोबिंद सिंह भी मैं हाँ। ये जो असीं बनाता ना कि गुरु अलग अलग ने, वो सानू फिर किसी होर चिंता के विषय में दुविधा में लै जाते हैं, कॉन्फ्लिक्ट्स पैदा करते हैं। गुरु ग्रंथ साहब मुताबक वो संयम ने। दूसरी गल 10वें पातशाह की गल करने तो पहला कर रहा कि सारे गुरु साहिबान साडे लई कल्ले स्पिरिचुअलिस्ट नहीं सीगे। स्पिरिचुअलिस्ट हुंदा कि जिहड़े रब नाल जोड़न वाले नहीं सी कल्ले, वो तो सीगे ही सीगे। वो तो गुरबाणी बड़ा क्लीयर हैगा। गुरबाणी में लिखा जिन मानस ते देवते किए करत ना लागी वार। They are able to transform an average person into God-like, angel-like personalities. ये आसा की वार दे पहले छक्के दे 3rd श्लोक में आ गया। ये तो गुरु करता ही करता, बट गुरु का रोल किया, कंप्लीट रोल किया। Gurus were also political leaders. Gurus were also economic leaders. Gurus were also social and cultural leaders. क्यों मैं ये गल कह रहा? किहड़ा स्पिरिचुअल बंदा हैगा? अज भी तुसीं देख लो किन्ने बाबे हिंदुस्तान की धरती सिर्फ पंजाब च ही, पूरे हिंदुस्तान च फिरदे ने। पूरी दुनिया में बड़ा वड्डा धंधा बनया होया धर्म के नां ते गुरबाणी च आया कि जिहड़े ये करदे ने, ये हर के संत ना आखिए बाना रस के ठग। दे आर लूटिंग पीपल बिकॉज वट डिड गुरु डू? कहते रब नाल तां असीं जुड़ना ही जुड़ना, बट जुड़िया होया की निशानी की आ? जिहड़ा नाम जी दे विच वस रहा उसकी निशानी की आ? कहते जिहड़ियां समय दीयां समस्यावां ने उन्होंने वो सॉल्व करदा। इस करके गुरुओं ने नगर भी वसाए। किहड़ा स्पिरिचुअल लीडर नवे नगर वसाउंदा? साडे कोलों तां गुरुद्वारा नहीं ठीक तरह चलदा, उत्थे नवे शहर बनाते। कितनी प्लैनिंग लगती है शहर बनाउण नूं, इमेजिन करो। अमृतसर का शहर वसाया, फिर उत्थे मार्केट एस्टैबलिश की गुरु 5वें पातशाह ने। तुहानूं पता जिथों जीटी रोड जाती है, अमृतसर जीटी रोड तो नहीं सीगा जब शेर शाह सूरी ने बनाया सी, बट अमृतसर इन्ना वड्डा सेंटर बन गया कि वो रोड नूं चेंज कर दिता गया, अमृतसर के थ्रू कड्ढी गई बाद च। ये गुरुआं दी देन। सैल्फ रिलायंस क्रिएट करनी, जिहड़ियां समय दीयां इशूज़ ने, पोलिटिकल इशूज़ नूं, इकनॉमिक इशूज़ नूं सॉल्व करना, ये गुरुआं ने कीता। सारे गुरुआं ने। गुरु नानक पातशाह नूं जेल हो गई सी, तुसीं इत्थों अंदाज़ा लाओ। बाबर दे सामने कहना, गल करनी मासपुरी विच, यह लफ्ज गुरु नानक साहब ने वरते ने कि मैं मासपुरी विच खड़ के ऑन द पाइल ऑफ डेड बॉडीज आई स्टैंड एंड आई एम टेलिंग यू दैट दिस मैन इज अ रॉन्ग मैन। ये गुरु नानक साहब के लफ्ज ने। सो 10 गुरुआं ने लोगों नूं रब नाल इश्क करना सिखाया। जे अज दी वोकैबुलरी यूज करनी है, गुरबाणी च यही आया, प्रीत करनी सिखाई है। प्रीत इज लव।
ਉਹ ਪ੍ਰੀਤ ਦੇ ਵਿੱਚੋਂ ਉਹਦੀ ਨਿਸ਼ਾਨੀ ਹੈ ਕਿ ਜਿਹੜਾ ਗਿਆਨ ਮਿਲਿਆ ਉਹਨੂੰ ਫਿਰ ਆਵਾਮ ਦੇ ਲਈ, ਜਿਹਨੂੰ ਅਸੀਂ ਸੰਗਤ ਅੱਜ ਕੱਲ੍ਹ ਆਉਂਦੇ ਆ, ਉਹਨਾਂ ਨੂੰ ਅਪਲਿਫਟ ਕਰਨ ਚ ਲਾਤਾ। ਜਿਹੜੇ ਆਲਰੇਡੀ ਐਸਟੈਬਲਿਸ਼ ਸੀ ਉਹਨਾਂ ਨੂੰ ਨਹੀਂ, ਵੱਡਿਆਂ ਸਿਉਂ ਕਿਆ ਰੀਸ ਨਹੀਂ, ਜਿਹੜੇ ਨੀਚੀ ਹੂ ਅਤੇ ਨੀਚੇ ਉਹਨਾਂ ਨੂੰ, ਜਿਨ੍ਹਾਂ ਦੇ ਕੋਈ ਰਾਈਟਸ ਨਹੀਂ ਸੀ, ਉਹਨਾਂ ਨੂੰ ਉੱਪਰ ਚੱਕਣ ਦੇ ਲਈ। 10ਵੇਂ ਪਾਤਸ਼ਾਹ ਇਸ ਸਿਸਟਮ ਦੇ ਵਿੱਚ ਜੇ ਦੇਖੋਗੇ, ਫਿਰ ਤੁਹਾਨੂੰ ਜੋ ਪਟਨੇ ਤੇ ਬਿਹਾਰ ਵਿੱਚ ਕੌਤਕ ਵਰਤਿਆ ਉਹ ਸਮਝ ਤਾਂ ਆਊਗੀ। ਪਹਿਲੀ ਗੱਲ ਉਹ ਦੇਖੋ, ਬਿਹਾਰ ਵਿੱਚ ਉਹਨਾਂ ਦਾ ਪ੍ਰਕਾਸ਼ ਪੁਰਬ, ਪ੍ਰਕਾਸ਼ ਤੋਂ ਹੀ ਅੰਦਾਜ਼ਾ ਲਾ ਲਓ, ਅਸੀਂ ਬਰਥਡੇ ਨਹੀਂ ਕਹਿੰਦੇ, ਜਨਮ ਦਿਨ ਨਹੀਂ ਆਖਦੇ। ਇਹ ਵੀ ਇੱਕ ਨਵਾਂ ਰਿਵਾਜ 1969 ਤੋਂ ਚੱਲ ਰਿਹਾ ਬਾਏ ਦਾ ਵੇ। ਸਿੱਖਾਂ ਦਾ ਲਫ਼ਜ਼ ਹੈ ਪ੍ਰਕਾਸ਼ ਪੁਰਬ। ਪ੍ਰਕਾਸ਼ ਦਾ ਮਤਲਬ ਹੁੰਦਾ ਲਾਈਟ, ਇਲੂਮੀਨੇਸ਼ਨ, ਮਤਲਬ ਕਿਹੜਾ ਗਿਆਨ ਮਿਲ ਰਿਹਾ। ਠੀਕ ਹੈ, ਇਫ ਯੂ ਨੋ ਕਿਹੜੀ ਡੇਟ ਸੀ, ਕਿਹੜੀ ਥਾਂ ਸੀ, ਕਿਹੜੀ ਸਦੀ ਸੀ, ਇਹ ਗੱਲਾਂ ਚੱਲਦੀਆਂ ਨੇ ਬੜੀਆਂ, ਬਟ ਮਤਲਬ ਦੀ ਗੱਲ ਅਸਲ ਇਹ ਹੈਗੀ ਕਿ ਗਿਆਨ ਕਿਹੜਾ ਮਿਲ ਰਿਹਾ ਉਹਦੇ ਚ। ਪ੍ਰਕਾਸ਼ ਪੁਰਬ ਤੇ ਪ੍ਰਕਾਸ਼ ਪੁਰਬ ਦਾ ਮਤਲਬ ਪਟਨੇ ਵਿੱਚ ਜਦ ਪ੍ਰਕਾਸ਼ ਹੋਇਆ, ਬਿਹਾਰ ਦੇ ਵਿੱਚ ਜੰਮ ਰਹੇ ਨੇ, ਬਿਹਾਰ ਵਿੱਚ ਉਹਨਾਂ ਦਾ ਪ੍ਰਕਾਸ਼ ਪੁਰਬ ਹੋ ਰਿਹਾ। ਤੁਸੀਂ ਕਦੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਬਿਹਾਰੀ ਸਨ? ਕਿਉਂਕਿ ਅੱਜ ਆਪਾਂ ਜਦ ਬਿਹਾਰੀ ਲਫ਼ਜ਼ ਵਰਤਦੇ ਹਾਂ, ਨੈਗੇਟਿਵਲੀ ਵਰਤਦੇ ਹਾਂ। ਆਪਾਂ ਭਾਵੇਂ ਸਾਰੇ ਮਾਈਗ੍ਰੈਂਟ ਬੈਠੇ ਆ ਇੱਥੇ, ਐਂਡ ਆਫ ਦਾ ਡੇ ਆਪਾਂ ਮਾਈਗ੍ਰੈਂਟ ਹੀ ਆ ਨਾ, ਲੇਬਰ ਹੀ ਕਰਨ ਆਏ ਸੀ ਮੋਸਟ ਆਫ ਅਸ, ਪੜ੍ਹੇ ਲਿਖੇ ਤਾਂ ਘੱਟ ਹੀ ਸੀ। ਤੇ ਜੇ ਪੰਜਾਬ ਵਿੱਚ ਕੋਈ ਇਹ ਕਰਨ ਆਉਂਦਾ, ਆਪਾਂ ਉਹਨੂੰ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਹਾਂ? ਦੇਖੋ ਸਾਡਾ ਦੋਗਲਾਪਨ। ਥਿੰਕ ਅਬਾਊਟ ਦਿਸ। ਪਟਨੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਭਾਈ ਵੀਰ ਸਿੰਘ ਨੇ ਇੱਕ ਥਾਂ ਲਿਖਿਆ, ਤੁਹਾਨੂੰ ਪਤਾ ਰਿਵਰ ਹੈਗੀ ਉੱਥੇ ਗੰਗਾ, ਤੇ ਹਿੰਦੁਸਤਾਨੀ ਪਰੰਪਰਾ ਵਿੱਚ ਬਹੁਤ ਵੱਡੀ ਰਿਵਰ ਮੰਨੀ ਜਾਂਦੀ ਹੈ। ਕਹਿੰਦੇ ਇੱਕ ਦਿਨ ਗੰਗਾ ਇਹ ਸੋਚਣ ਲੱਗ ਪਈ ਕਿ ਇਹ ਮੇਰੇ ਵਿੱਚ ਨਹਾਉਣ ਆ ਰਹੇ ਨੇ ਜਾਂ ਮੈਂ ਇਹਨਾਂ ਵਿੱਚ ਨਹਾਉਣ ਜਾ ਰਹੀ ਹਾਂ। ਇਮੈਜਿਨ ਕਰੋ ਇਸ ਗੱਲ ਨੂੰ ਕਿ ਕਿੰਨੀ ਵੱਡੀ ਪਰਸਨੈਲਿਟੀ ਸੀਗੇ ਗੁਰੂ ਗੋਬਿੰਦ ਸਿੰਘ ਮਹਾਰਾਜ। ਉਸ ਵੇਲੇ ਉਹਨਾਂ ਦਾ ਨਾਮ ਗੋਬਿੰਦ ਰਾਏ ਹੈ। ਤੇ ਉਸ ਵੇਲੇ ਜਦੋਂ ਉਹਨਾਂ ਦਾ ਪ੍ਰਕਾਸ਼ ਪੁਰਬ ਹੋਇਆ, ਪੀਰ ਭੀਖਨ ਸ਼ਾਹ ਵੀ ਦੇਖ ਰਿਹਾ, ਜਿਹੜਾ ਉਸ ਵੇਲੇ ਦਾ ਬਹੁਤ ਵੱਡਾ ਰਿਲੀਜੀਅਸ ਲੀਡਰ ਹੈ ਇਸਲਾਮ ਦਾ, ਤੇ ਉਦੋਂ ਉਹ ਨਮਾਜ਼ ਕਾਬੇ ਵੱਲ ਦੀ ਥਾਂ ਪਟਨੇ ਵੱਲ ਕਰਕੇ ਕਰਦਾ, ਤੇ ਉਹਦੇ ਮੁਰੀਦ ਕਹਿੰਦੇ ਆਹ ਕੀ ਕਰ ਰਹੇ? ਕਹਿੰਦੇ ਤੁਹਾਨੂੰ ਪਤਾ ਨਹੀਂ, ਇੱਕ ਖਾਸ ਕਿਸਮ ਦਾ ਪੈਗੰਬਰ ਆ ਗਿਆ ਅੱਜ। ਥਿੰਕ ਅਬਾਊਟ ਦੈਟ ਫॉर ਅ ਸੈਕਿੰਡ। ਅੱਜ ਜੇ ਮੁਸਲਮਾਨ ਇਦਾਂ ਦਾ ਕਰਨ, ਆਈਸਿਸ ਵਰਗਿਆਂ ਨੇ ਜਾ ਕੇ ਤੁਹਾਡਾ ਗਲਾ ਹਲਾਕ ਕਰ ਦੇਣਾ। ਤੁਹਾਨੂੰ ਪਤਾ ਹੈ ਬਲੈਸਫੇਮੀ ਮੰਨੀ ਜਾਂਦੀ ਹੈ, ਕਿਤੇ ਹੋਰ ਮੂੰਹ ਵੱਲ ਕਰਕੇ ਅਰਦਾਸ ਕਰ ਦੇਣੀ, ਉਹਨਾਂ ਨੇ ਨਮਾਜ਼ ਪੜ੍ਹਦੇ ਨੇ। ਪਰ ਭੀਖਨ ਸ਼ਾਹ, ਪੀਰ ਭੀਖਨ ਸ਼ਾਹ ਕਰ ਰਹੇ ਨੇ। ਉਸ ਥਾਂ ਜਿੱਥੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੋਇਆ, ਉੱਥੇ ਦਾ ਰਾਜਾ ਹੈਗਾ ਫਤਿਹ ਚੰਦ ਮੇਦਨੀ, ਉਹਦੀ ਵਾਈਫ ਹੈਗੀ ਆ ਜਿਹਨੂੰ ਰਾਣੀ ਮੇਦਨੀ ਲਿਖ ਦਿੰਦੇ ਆਪਾਂ, ਉਹਨਾਂ ਦਾ ਨਿਆਣਾ ਹੈ ਨਹੀਂ, ਤੇ ਗੁਰੂ ਸਾਹਿਬ ਦੀ ਉਮਰ ਜੇ 5 ਸਾਲ ਦੀ ਵੀ ਹੈ ਨਹੀਂ। ਇੱਕ ਦਿਨ ਜਾ ਕੇ ਉਹ ਰਾਣੀ ਦੀ ਗੋਦੀ 'ਚ ਬਹਿ ਜਾਂਦੇ ਤੇ ਉਹਨੂੰ ਮਾਂ ਆਖਦੇ ਨੇ। ਇਮੈਜਿਨ ਕਰੋ ਉਹਦਾ ਕੀ ਹੋ ਗਿਆ ਹੋਣਾ। ਆਪਾਂ ਨੂੰ ਸਮਝ ਨਹੀਂ ਆਉਂਦੀਆਂ ਨੇ ਇਹ ਗੱਲਾਂ, ਕਿਉਂਕਿ ਗੁਰੂ ਦੀ ਲਾਈਫ ਦੇ ਡੀਟੇਲ ਸਮਝਣ ਦੀ ਲੋੜ ਆ। ਤੇ ਮਾਤਾ ਗੁਜਰੀ ਜੀ ਨੇ ਕੀ ਸੋਚਿਆ ਹੋਣਾ, ਉਦੋਂ ਇਹ ਵੀ ਸੋਚਿਓ। ਉਹ ਲਿਖਿਆ, ਭਾਈ ਵੀਰ ਸਿੰਘ ਨੇ ਤਾਂ ਬੜਾ ਲੰਬਾ ਬਿਆਨ ਕੀਤਾ। ਕਹਿੰਦੇ ਮਾਤਾ ਗੁਜਰੀ ਨੇ ਪੁੱਛਿਆ ਇਹ ਕੀ ਕਰਕੇ ਆਇਆ? ਕਹਿੰਦੇ ਤੂੰ ਵੀ ਮੇਰੀ ਮਾਂ, ਉਹ ਵੀ ਮੇਰੀ ਮਾਂ। ਕਹਿੰਦੇ ਇਹ ਕਿਵੇਂ ਹੋ ਸਕਦਾ? ਕਹਿੰਦੇ ਜਿਵੇਂ ਚੰਦ ਸੂਰਜ ਵਾਲਾ ਚੰਦ, ਕਹਿੰਦੇ ਜਿਵੇਂ ਮੂਨ ਹੁੰਦਾ ਨਾ, ਉਹ 2 ਲੇਕਸ ਤਲਾਬ ਦੇ ਵਿੱਚ, ਕਹਿੰਦੇ 2 ਲੇਕਸ ਵਿੱਚ ਇੱਕੋ ਟਾਈਮ ਤੇ ਉਹ ਸ਼ਾਈਨ ਕਰਦਾ। ਕਹਿੰਦਾ ਮੈਂ ਵੀ ਏਦਾਂ। ਮਤਲਬ ਗੁਰੂ ਨੇ ਸ਼ੁਰੂ ਤੋਂ ਹੀ, ਭਾਵੇਂ ਉਹ ਹਿੰਦੂ ਸੀ, ਭਾਵੇਂ ਉਹ ਮੁਸਲਮਾਨ ਸੀ, ਤੇ ਭਾਵੇਂ ਉੱਥੇ ਦਾ ਸਿੱਖ ਸੀ, ਸਾਰਿਆਂ ਤੇ ਹੀ ਆਪਣੀ ਬਖਸ਼ਿਸ਼ ਕੀਤੀ ਹੈ। ਇਹ ਸਮਝਣ ਵਾਲੀ ਗੱਲਾਂ ਨੇ। ਇਹ ਰਮਜ਼ਾਂ ਨੇ ਗੁਰੂ ਦੀਆਂ। ਐਵੇਂ ਨਹੀਂ ਪੰਜਾਬ ਦੇ ਹਿੰਦੂ ਤੇ ਮੁਸਲਮਾਨ ਤੇ ਸਿੱਖਾਂ ਨੇ ਗੁਰੂ ਨੂੰ ਸਲੂਟ ਕੀਤਾ, ਤੇ ਐਵੇਂ ਪੀਰ ਬੁੱਧੂ ਸ਼ਾਹ ਨੇ ਆਪਣੇ 700 ਮੁਰੀਦ ਲੈ ਕੇ ਆਪਣੀਆਂ ਜਾਨਾਂ ਵਾਰਤੀਆਂ। ਇਹ ਹੁੰਦਾ ਬਲਿਹਾਰ ਜਾਣਾ, ਜਿੱਥੇ ਲਾਈਫ ਦੇ ਵਿੱਚ ਇੰਨਾ ਐਕਸਾਈਟਮੈਂਟ ਆ ਜਾਵੇ ਕਿ ਤੁਹਾਨੂੰ ਪਤਾ ਲੱਗਿਆ ਕਿ ਇਹ ਖਾਸ ਕਿਸਮ ਦੀ ਸ਼ਖਸੀਅਤ ਆ, ਤੇ ਇਸ ਸ਼ਖਸੀਅਤ ਦੇ ਸਾਹਮਣੇ ਅਸੀਂ ਕੁਝ ਵੀ ਨਹੀਂ। ਇਹ ਪਟਨੇ ਵਿੱਚ ਕੁਝ ਇਸ ਤਰ੍ਹਾਂ ਦੇ ਕੌਤਕ ਵਰਤੇ, ਤੇ ਫਿਰ ਗੁਰੂ ਸਾਹਿਬ ਦੀ ਇੱਕ ਆਪਣੀ ਜਰਨੀ ਆ। ਉਹ ਜਰਨੀ ਹੈਗੀ ਕਿੱਥੋਂ? ਪਟਨੇ ਤੋਂ ਅਨੰਦਪੁਰ ਸਾਹਿਬ ਦੀ। ਇਹ ਜਰਨੀ ਸਮਝਣ ਦੀ ਬਹੁਤ ਲੋੜ ਆ। ਆਪਾਂ ਗਲਾਸਗੋ ਬੈਠੇ ਆ, ਕਦੇ ਅਸੀਂ ਵੀ ਸੋਚਿਆ ਕਿ ਸਾਡੀ ਵੀ ਅਨੰਦਪੁਰ ਦੀ ਇੱਕ ਜਰਨੀ ਹੈ। ਗੁਰੂ ਸਾਹਿਬ ਵੀ ਡਾਇਸਪੋਰਾ 'ਚ ਬੈਠੇ ਸੀ। ਪਟਨਾ ਬਿਹਾਰ ਇਜ਼ ਅ ਡਾਇਸਪੋਰਾ। ਹੋਮਲੈਂਡ ਹੁੰਦਾ ਪੰਜਾਬ, ਤੇ ਜਿਹੜੀ ਪੰਜਾਬ ਤੋਂ ਬਾਹਰ ਹੈ ਉਹ ਡਾਇਸਪੋਰਾ। ਜਿਵੇਂ ਆਪਾਂ ਬਾਹਰ ਬੈਠੇ ਆ, ਦਿਸ ਇਜ਼ UK ਦੀ ਡਾਇਸਪੋਰਾ, ਸਕਾਟਲੈਂਡ ਦੀ, ਗਲਾਸਗੋ ਦੀ। ਤੇ ਉਹਦੇ ਵਿੱਚ 10ਵੇਂ ਪਾਤਸ਼ਾਹ ਦਾ ਆਪਣਾ ਬਿਆਨ ਆ। ਉਹਨਾਂ ਨੇ ਲਾਈਫ ਵਿੱਚ ਬੜਾ ਕੁਝ ਦੇਖਿਆ। 5 ਸਾਲ ਦੀ ਉਮਰ ਵਿੱਚ ਉਹ ਕੀ ਦੇਖ ਰਹੇ ਨੇ, ਉਹ ਸਵਈਆਂ ਵਿੱਚ ਪੜ੍ਹ ਕੇ ਦੇਖ ਲਿਓ। ਉੱਥੇ ਲਿਖਿਆ, ਕਹਿੰਦੇ ਕੋਈ ਬਤਾਨ ਕੋ ਪੂਜਤ ਹੈ ਪਸ, ਕੋਈ ਮਰਤਾਨ ਕੋ ਪੂਜਨ ਧਾਇਓ। ਕਹਿੰਦੇ ਕੋਈ ਮਰਿਆਂ ਨੂੰ ਪੂਜ ਰਿਹਾ, ਕੋਈ ਪੁੱਠੇ ਲਮਕ ਕੇ ਪੂਜ ਰਿਹਾ। ਹੀ ਇਜ਼ ਆਬਜ਼ਰਵਿੰਗ ਐਵਰੀਥਿੰਗ। ਤੇ ਉਹ ਕੀ ਦੇਖਦੇ ਨੇ? ਕਹਿੰਦੇ ਕੂੜ ਕਿਰਿਆ ਉਰਝਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਹਿੰਦੇ ਕੂੜੇ ਟਰੈਸ਼ ਵਾਲੇ ਕੰਮ ਦੁਨੀਆ ਕਰ ਰਹੀ ਹੈ। ਦੇਖੋ ਕਿੰਨੇ ਸਿੰਪਲ ਲਫ਼ਜ਼ਾਂ ਸਾਰਿਆਂ ਨੂੰ ਸਮਝਾਤਾ।
ਇਹ ਬਹੁਤ ਜ਼ਰੂਰੀ ਹੁੰਦਾ ਜੇ ਤੁਸੀਂ ਲੋਕਾਂ ਨਾਲ ਗੱਲ ਕਰਨੀ ਆ, ਤੁਹਾਡੀ ਵੋਕੈਬਲਰੀ ਸਿੰਪਲ ਚਾਹੀਦੀ, ਲੋਕੀ ਸਮਝਦੇ ਨੇ। ਕਮਿਊਨੀਕੇਸ਼ਨ ਦਾ ਨੰਬਰ 1 ਸਕਿੱਲ ਸੈਟ ਹੀ ਹੈ ਨਾ, ਕਨੈਕਟ ਕਰੋ ਲੋਕਾਂ ਦੇ ਨਾਲ। ਤਾਂ ਉਹਦਾ ਕਿਹਾ ਕਹਿੰਦੇ ਜਿਹੜੀ ਇਹ ਕੰਮ ਦੁਨੀਆ ਕਰ ਰਹੀ ਹੈ ਧਰਮ ਦੇ ਨਾਂ ਤੇ, ਸਭ ਕੂੜੇ ਨੂੰ ਰੱਖੀਦਾ ਨਹੀਂ, ਉਹਨੂੰ ਸਿੱਟੀਦਾ। ਤੁਹਾਡੇ ਘਰ ਚੋਂ ਟਰੈਸ਼ ਨਾ ਕੱਢੋ ਨਾ, ਇਹ ਹਫ਼ਤੇ ਬੋਣ ਲੱਗ ਜਾਂਦੀ ਆ, ਤੇ ਇੱਥੇ ਪੂਰੀ ਉਮਰ ਨਹੀਂ ਕੱਢਿਆ ਹੁੰਦਾ ਤਾਂ ਬਹੁਤ ਆਊਗੀ। ਕਹਿੰਦੇ ਕੂੜ ਕਿਰਿਆ ਔਰ ਜੋ ਸਭ ਹੀ ਜਗ, ਕਹਿੰਦੇ ਇਹ ਕੰਮ ਤਾਂ ਕੂੜਿਆਂ ਵਾਲੇ ਕਰਦੇ ਹੋ ਤੇ ਸ੍ਰੀ ਭਗਵਾਨ ਕੋ ਪ੍ਰੇਰਨਾ ਪਾਓ। ਹਾਊ ਕੈਨ ਯੂ ਐਵਰ ਫੀਲ ਦ ਡਿਵਾਈਨ ਇਫ ਯੂ ਆਰ ਵਰਕਿੰਗ ਔਨ ਟ੍ਰੈਸ਼ਲੀ ਬਿਹੇਵੀਅਰ। ਇਹ 10ਵੇਂ ਪਾਤਸ਼ਾਹ ਨੇ ਆਬਜ਼ਰਵ ਕੀਤਾ। ਤੁਸੀਂ ਤੇ ਮੈਂ ਵੀ ਬੜਾ ਕੁਝ ਆਬਜ਼ਰਵ ਕਰਦੇ ਹੋ, ਅਸੀਂ ਹਰੇਕ ਨਾਲ ਲੜਨ ਲੱਗ ਜਾਂਦੇ, ਨਾ ਕਰਿਆ ਕਰੋ। 10ਵੇਂ ਪਾਤਸ਼ਾਹ ਸਿਖਾ ਰਹੇ ਨੇ, ਕਹਿੰਦੇ ਪਹਿਲਾਂ ਆਬਜ਼ਰਵ ਕਰੋ, ਰਿਐਕਟ ਨਾ ਕਰੋ ਹਰ ਚੀਜ਼ ਨੂੰ। ਰਿਐਕਟ ਕਰਨ ਦੇ ਲਈ ਤੁਹਾਡੀ ਤਿਆਰੀ ਚਾਹੀਦੀ ਆ, ਤੁਹਾਡਾ ਆਪਣਾ ਬਲ ਚਾਹੀਦਾ, ਤੁਹਾਡਾ ਆਪਣਾ ਗਿਆਨ ਚਾਹੀਦਾ, ਤੁਹਾਡਾ ਆਪਣਾ ਪ੍ਰੀਤ ਚਾਹੀਦੀ ਆ। ਬਟ ਹੀ ਇਜ਼ ਆਬਜ਼ਰਵਿੰਗ ਐਵਰੀਥਿੰਗ। ਲੋਕੀ ਕਹਿੰਦੇ ਬੜਾ ਕੁਝ ਕਰ ਰਹੇ ਨੇ, ਇੱਕ ਰਤੀ ਬਿਨ ਇੱਕ ਰਤੀ ਕੇ, ਦੇਖੋ ਕਹਿੰਦੇ ਕੁਝ ਪਤਾ ਹੀ ਨਹੀਂ ਲੱਗ ਰਿਹਾ ਇਹਨਾਂ ਨੂੰ, ਬਟ ਹੀ ਇਜ਼ ਆਬਜ਼ਰਵਿੰਗ। ਜਾਂਦੇ ਨੇ, ਤੁਹਾਨੂੰ ਪਤਾ ਜਦ ਅਨੰਦਪੁਰ ਸਾਹਿਬ ਚਲੇ ਜਾਂਦੇ ਨੇ, ਛੋਟੀ ਉਮਰ ਆ, ਛੋਟੀ ਉਮਰ ਦੇ ਵਿੱਚ ਵੀ ਇੰਨੀ ਤਿਆਰੀ ਆ ਕਿ ਜਦ ਹਿੰਦੁਸਤਾਨ ਦਾ ਬਾਦਸ਼ਾਹ, ਇਮੈਜਿਨ ਮੋਦੀ ਡੂਇੰਗ ਦਿਸ ਟੁਡੇ। ਮੈਂ ਜਿਸ ਕਰਕੇ ਕਹਿ ਰਿਹਾ ਕਿ ਇਹ ਹੋਇਆ ਇੱਦਾਂ ਸਾਡੇ ਨਾਲ, ਤੇ ਅੱਜ ਕੱਲ੍ਹ ਦਾ ਮਾਹੌਲ ਬਣਿਆ ਹੋਇਆ ਨਾ, ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਮੁਸਲਮਾਨਾਂ ਨੂੰ ਤੇ ਸਿੱਖਾਂ ਦੀ ਮਾਰ ਕੁੜਾਈ ਕਿਵੇਂ ਚੱਲ ਰਹੀ ਹੈ ਇਸ ਵੇਲੇ, ਪੂਰੇ ਜ਼ੋਰਾਂ ਤੇ ਦੁਬਾਰਾ। ਦਲਿਤਸ ਦੀ, ਬੇਸਿਕਲੀ ਗੈਰ ਹਿੰਦੂ ਦੀ ਇਸ ਵੇਲੇ, ਉਸ ਵੇਲੇ ਗੈਰ ਮੁਸਲਿਮ ਦੀ ਸੀ। ਤੇ ਕੀ ਹੋਇਆ ਉਸ ਵੇਲੇ, ਹਿੰਦੁਸਤਾਨ ਦਾ ਐਂਪਰਰ ਸਲਾਹ ਲੈਣ ਹਿੰਦੂ ਬ੍ਰਾਹਮਣ ਪੰਡਤਾਂ ਦੇ ਰਾਹੀਂ 9ਵੇਂ ਪਾਤਸ਼ਾਹ ਦੀ ਕੋਰਟ ਦੇ ਵਿੱਚ ਆਉਂਦੇ ਨੇ। ਤੇ ਕਿਸ ਕਿਸਮ ਦੀ ਪਰਵਰਿਸ਼ ਕੀਤੀ ਗਈ 9ਵੇਂ ਪਾਤਸ਼ਾਹ ਦੇ ਵੱਲੋਂ, ਤੇ ਮਾਤਾ ਗੁਜਰੀ ਜੀ ਵੱਲੋਂ, ਤੇ ਮਾਮਾ ਕਿਰਪਾਲ ਚੰਦ ਵੱਲੋਂ। ਆਪਾਂ ਭੁੱਲ ਨਾ ਜਾਈਏ ਸਾਰੀ ਫੈਮਿਲੀ ਨੂੰ, ਕਿਸ ਕਿਸਮ ਦੀ ਪਰਵਰਿਸ਼ ਕੀਤੀ ਗਈ ਕਿ ਤੁਸੀਂ ਆਪਣੇ ਦੇਖੋ, ਉਹਨਾਂ ਦੇ ਉਹ ਫਾਦਰ ਵੀ ਨੇ ਤੇ ਗੁਰੂ ਵੀ ਨੇ। ਬਟ ਗੁਰੂ ਤੇਗ ਬਹਾਦਰ ਪਾਤਸ਼ਾਹ, ਇਮੈਜਿਨ ਕਰੋ ਆਪਣੇ ਮੁੰਡੇ ਨੂੰ ਤੁਸੀਂ ਇਦਾਂ ਪੁੱਛੋ, ਜਿਹਦੀ ਉਮਰ ਅਜੇ ਟੀਨੇਜਰ ਵੀ ਨਹੀਂ ਆ, ਰੀਅਲ ਟਰਮਸ ਵਿੱਚ ਗੱਲ ਕਰ ਰਹੇ ਆਪਾਂ, ਤੇ ਪੁੱਛੋ ਕਿ ਬਈ ਕੀ ਕੀਤਾ ਜਾਵੇ, ਤੇ ਤੁਹਾਨੂੰ ਆਈਡੀਆ ਦਿੱਤਾ ਗਿਆ, ਸਲਾਹ ਦਿੱਤੀ ਗਈ, ਯੂ ਆਰ ਦਾ ਰਾਈਟ ਮੈਨ ਟੂ ਡਾਈ। ਇਹ ਕਿਸ ਤਰ੍ਹਾਂ ਡਾਇਲੌਗ ਹੋਇਆ ਹੋਣਾ, ਇਟਸ ਅਨਇਮੈਜਿਨੇਬਲ ਫॉर ਅਸ ਨਾ, ਕਿ ਇੱਕ ਪਾਵਰ ਸੈਂਟਰ ਹੈਗਾ ਦਿੱਲੀ ਦਾ, ਤੇ ਇੱਕ ਪਾਵਰ ਸੈਂਟਰ ਹੈਗਾ ਗੁਰੂ ਦਾ, ਤੇ ਗੁਰੂ ਦੇ ਪਾਵਰ ਸੈਂਟਰ ਦੇ ਵਿੱਚ 10ਵੇਂ ਪਾਤਸ਼ਾਹ ਆਪਣੇ ਫਾਦਰ ਨੂੰ ਵੀ ਤੇ ਆਪਣੇ ਗੁਰੂ ਨੂੰ ਇਹ ਸਲਾਹ ਦੇ ਰਹੇ ਨੇ that you are the right man to die for this cause। ਇਹ ਹੈਗਾ ਗੋਬਿੰਦ ਰਾਏ ਦੀ ਸ਼ੁਰੂਆਤ, ਜਿਹਨਾਂ ਨੂੰ ਅਸੀਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਹਾਂ। ਤੁਹਾਨੂੰ ਪਤਾ ਟਿਪਿੰਗ ਪੁਆਇੰਟ ਆਇਆ, ਪਬਲਿਕ ਕਤਲੇਆਮ ਕੀਤਾ ਗਿਆ 9ਵੇਂ ਪਾਤਸ਼ਾਹ ਦਾ, ਜਿਵੇਂ ਆਈਸਿਸ ਅੱਜ ਕੱਲ੍ਹ ਬੇਹੈਡਿੰਗ ਕਰਦੀ ਹੈ, ਉਹੀ ਹੈ ਨਾ, ਯੂਟਿਊਬਾਂ ਤੇ ਪਾ ਦਿੰਦੇ ਨੇ, ਪਬਲਿਕਲੀ ਕੀਤਾ ਗਿਆ। ਤੇ ਮੈਂ ਇੱਥੇ ਜ਼ੋਰ ਲਾ ਕੇ ਗੱਲ ਕਰ ਰਿਹਾ, ਮੈਂ ਜਿਹੜੀ ਤੁਸੀਂ ਕਿਤਾਬ ਦੀ ਗੱਲ ਹੋਈ, ਉਹ ਮੇਰੀ ਕਿਤਾਬ ਨਹੀਂ, ਅਸੀਂ ਕਈ ਜੜਿਆਂ ਨੇ ਲਿਖ ਕੇ ਕੀਤੀ ਹੈ। ਜਿਹੜੀ ਐਗਜ਼ੀਬਿਸ਼ਨ ਬਿਹਾਰ ਵਿੱਚ ਲੱਗੀ ਸੀ, ਉਹਦਾ ਆਫੀਸ਼ੀਅਲ ਵਰਜ਼ਨ ਇਹ ਆ। ਤੇ ਉਦੋਂ ਐਗਜ਼ੀਬਿਸ਼ਨ ਦੀ ਤਿਆਰੀ ਦੇ ਵਿੱਚ ਅਸੀਂ ਕਈ ਕਿਤਾਬਾਂ ਦੇਖੀਆਂ, ਸਾਨੂੰ ਫਿਰ ਇੱਕ ਕਿਤਾਬ ਲੱਭੀ ਕਿ ਜਿਹੜਾ ਸਿੱਖ ਗੁਰੂ ਦਾ 9ਵੇਂ ਪਾਤਸ਼ਾਹ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਉਂਦੇ ਨੇ, ਭਾਈ ਜੱਟਾ ਜੀ, ਜਿਨ੍ਹਾਂ ਦਾ ਨਾਮ ਬਾਅਦ 'ਚ ਜੀਵਨ ਸਿੰਘ ਹੈਗਾ, ਉਹਨਾਂ ਦੀ ਵੀ ਕਿਤਾਬ ਸਾਨੂੰ ਲੱਭੀ। ਉਸ ਕਿਤਾਬ ਵਿੱਚ ਲਿਖਿਆ ਕਿ ਜਿੱਦਣ ਭਾਈ ਜੱਟਾ ਜੀ ਸੀਸ ਲੈ ਕੇ 10ਵੇਂ ਪਾਤਸ਼ਾਹ ਕੋਲ ਗਏ ਤੇ ਭੇਟ ਕੀਤਾ, ਐਂਡ ਬਾਏ ਦਾ ਵੇ ਸਰਕਾਰ ਨੇ ਪੂਰਾ ਜੋਰ ਲਾ ਰਿਹਾ ਸੀਗਾ ਕਿ ਕੋਈ ਸਿੱਖ ਨਾ ਚੱਕੇ ਸੀਸ ਨੂੰ ਵੀ, ਤੇ ਅੰਤਮ ਸੰਸਕਾਰ ਵੀ ਨਾ ਹੋਵੇ। ਇਹ ਸਟੇਟ ਹਰ ਵੇਲੇ ਇਦਾਂ ਹੀ ਕਰਦਾ, ਪਿਛਲੇ 30 ਸਾਲਾਂ 'ਚ ਵੀ ਇਦਾਂ ਹੀ ਕੀਤਾ, ਨਹੀਂ ਕਰਨ ਦਿੰਦੇ। ਉਹ ਤੁਹਾਡੇ ਗੁਰੂ ਦਾ ਨਹੀਂ ਕਰਨ ਦੇ ਰਹੇ ਨੇ, ਤੇ ਸਿੱਖਾਂ ਦਾ ਕਿੱਥੇ ਕਰਨ ਦੇਣਗੇ। ਤੁਹਾਨੂੰ ਪਤਾ ਵੱਡੇ ਸਾਹਿਬਜ਼ਾਦਿਆਂ ਦਾ ਵੀ ਨਹੀਂ ਕਰਨ ਦਿੱਤਾ ਸੀ। ਗੁਰਸ਼ਰਨ ਕੌਰ, ਹਰਸ਼ਰਨ ਕੌਰ ਗਈ ਸੀਗੀ ਉਹਨਾਂ ਦਾ ਕਰਨ, 10ਵੇਂ ਪਾਤਸ਼ਾਹ ਦੇ ਵੱਡੇ ਪੁੱਤਰਾਂ ਦੀ ਵੀ ਸੰਸਕਾਰ ਨਹੀਂ ਕਰਨ ਦਿੱਤਾ ਸੀ ਮੁਗਲ ਸਮਰਾਜ ਨੂੰ। ਇੱਥੇ ਗੁਰੂ ਦਾ ਵੀ ਨਹੀਂ ਕਰਨ ਦੇ ਰਹੇ ਨੇ। ਤੇ 2 ਸਿੱਖ ਉੱਠਦੇ ਨੇ ਜਿਹੜੇ ਡਿਸਾਈਡ ਕਰਦੇ ਨੇ ਕਿ ਮੈਂ ਆਪਣੇ ਘਰ ਨੂੰ ਅੱਗ ਲਾ ਸਕਦਾ, ਸੰਸਕਾਰ ਹੋਣਾ ਚਾਹੀਦਾ। ਤੇ ਇੱਕ ਸਿੱਖ ਸੀਸ ਲੈ ਕੇ ਜਾਂਦਾ, ਬਿਕੋਜ਼ ਦ ਸੀਸ ਜਿਹੜਾ ਵਰਡ ਆ ਨਾ, ਇਹ ਸਾਨੂੰ ਬਹੁਤ ਸਮਝਣ ਦੀ ਲੋੜ ਆ। ਸਿੱਖਾਂ ਦੇ ਵਿੱਚ ਇਹਦੇ ਬੜੀ ਗਹਿਰਾਈ ਵਿੱਚ ਜਾ ਕੇ ਇਹਨੂੰ ਸਮਝਣ ਦੀ ਲੋੜ ਆ। ਸਾਡੀ ਮੈਂਟਲ ਜਿਹੜੀ ਆਪਾਂ ਕਹਿੰਦੇ ਸਾਈਕੀ ਦੇ ਵਿੱਚ ਐਂਟਰ ਹੋਇਆ ਦ ਹੈਡ ਓਨਲੀ ਬਿਲੋਂਗਸ ਟੂ ਦ ਗੁਰੂ। ਯੂ ਕੈਨ ਟੇਕ ਐਵਰੀਥਿੰਗ ਐਲਸ ਬਟ ਦ ਹੈਡ ਬਿਲੋਂਗਸ ਟੂ ਦ ਗੁਰੂ। ਇਦਾਂ ਦੇ ਲਫ਼ਜ਼ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ, ਸੀਸ ਦੀਆ ਪਰ ਸਿਰੜ ਨਾ ਦੀਆ, ਕਹਿੰਦੇ ਆ ਨਾ ਆਪਾਂ 9ਵੇਂ ਪਾਤਸ਼ਾਹ ਵੇਲੇ। ਦ ਹੈਡ ਨਾ ਦ ਨੈਕਸਟ ਡੂਰ ਇਜ਼ ਗੁਰੂ ਗੋਬਿੰਦ ਸਿੰਘ ਮਹਾਰਾਜ, ਸੋ ਦ ਹੈਡ ਬਿਲੋਂਗਸ ਟੂ ਹਿਮ। ਤੇ ਜਦ ਭਾਈ ਜੈਤਾ ਜੀ ਪੇਸ਼ ਕਰਦੇ ਨੇ, ਉਹਨਾਂ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੈਨੂੰ ਕੋਈ ਸਵਾਲ ਪੁੱਛੇ, ਜਿਹਦੇ ਵਿੱਚੋਂ ਇੱਕ ਸਵਾਲ ਇਹ ਸੀਗਾ, ਵਾਟ ਹੈਪਨ ਟੂ ਦ ਸਿੱਖਸ ਇਨ ਦਿੱਲੀ। ਆਪਾਂ ਕਹਿੰਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਸਿੱਖਾਂ ਨੇ, ਉਹਨਾਂ ਨੇ ਕੀ ਜਵਾਬ ਦਿੱਤਾ ਜਦ ਏਦਾਂ ਗੁਰੂ ਨੂੰ ਮਾਰਿਆ ਗਿਆ। ਇਹ ਬੜੀ ਇੰਪੋਰਟੈਂਟ ਗੱਲ ਹੈ, ਪਿਛਲੇ 30 ਸਾਲਾਂ 'ਚ ਵੀ ਨਜ਼ਰ ਆਉਂਦੀ ਹੈ ਨਾ।
So just remember, Delhi has never been kind to the Sikhs. ਉਹਦਾ ਗੁਰੂ ਸਾਹਿਬ ਨੇ ਕਾਈਂਡਨੈਸ ਨਹੀਂ ਦਿਖਾਈ ਤੇ ਸਿੱਖਾਂ ਨੂੰ ਕਿੱਥੋਂ ਕਾਈਂਡਨੈਸ ਦਿਖਾ ਦੂਗੀ। ਐਨੀਵੇ ਜਿਹੜਾ ਉਹ ਸਮਾਂ ਹੈਗਾ 1676 ਦੇ ਵਿੱਚ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਤੇ 1699 ਦੇ ਵਿੱਚ ਵਿਸਾਖੀ ਆਈ ਹੈ। ਮੈਂ ਤੁਹਾਨੂੰ ਥੋੜਾ ਜਿਹਾ ਸੋਚਣ ਵਾਲਾ ਲਾਣਾ ਚਾਹੁੰਦਾ। ਆਪਾਂ ਨੂੰ ਇਹ ਦੱਸਿਆ ਜਾਂਦਾ ਸ਼ਹਾਦਤ ਹੋਈ ਤੇ ਫਿਰ ਖਾਲਸਾ ਆ ਗਿਆ, ਏਦਾਂ ਸੌਖਾ ਨਹੀਂ ਆਇਆ ਜੀ। 23 ਤੋਂ 24 ਸਾਲ ਦਾ ਸਮਾਂ ਹੈਗਾ ਜੀ, 23 ਤੋਂ 24 ਸਾਲ, 2 ਦਹਾਕਿਆਂ ਤੋਂ ਵੱਧ, ਮਤਲਬ 24 ਸਾਲ ਜੇ ਅਪਰੋਕਸੀਮੇਟਲੀ ਤੁਸੀਂ ਲਾਓ, 20 ਸਾਲ ਤੋਂ ਵੱਧ ਨੇ ਨਾ ਐਟਲੀਸਟ। ਤੁਹਾਨੂੰ ਪਤਾ 24 ਸਾਲ ਦੀ ਉਮਰ ਦੇ ਵਿੱਚ ਇੱਕ ਬੈਚਲਰਸ ਡਿਗਰੀ ਮਿਲਦੀ ਹੈ, ਸ਼ਾਇਦ ਕਿਸੇ ਨੂੰ ਮਾਸਟਰਸ ਮਿਲ ਜਾਵੇ, ਇੰਨੀ ਪੜ੍ਹਾਈ ਕਰਨੀ ਪੈਂਦੀ ਹੈ ਜੰਮਣ ਤੋਂ ਬਾਅਦ। ਇਹ ਟਾਈਮ ਆ 10ਵੇਂ ਪਾਤਸ਼ਾਹ ਨੇ ਫਿਰ ਸਿੱਖਾਂ ਦੀ ਟ੍ਰੇਨਿੰਗ ਕੀਤੀ ਆ, ਜਿਹੜੀ ਅਸੀਂ ਗੱਲ ਨਹੀਂ ਕਰਦੇ ਤੇ ਉੱਥੇ ਮੈਂ ਅਗਲੇ 10 ਮਿੰਟ ਲਾਵਾਂ। ਕੀ ਟ੍ਰੇਨਿੰਗ ਦਿੱਤੀ ਸਿੱਖਾਂ ਨੂੰ? ਸਿੱਖਾਂ ਦੀ ਟ੍ਰੇਨਿੰਗ ਮਿਲੀ ਕਿ ਕਿਸ ਤਰ੍ਹਾਂ ਦੇ ਵਾਰੀਅਰ ਬਣਨਾ, ਕਿਸ ਤਰ੍ਹਾਂ ਦਾ ਸੂਰਾ ਬਣਨਾ। ਸਿੱਖਾਂ ਨੂੰ ਟ੍ਰੇਨਿੰਗ ਦਿੱਤੀ ਕਿਸ ਤਰ੍ਹਾਂ ਦਾ ਸੰਗੀਤ ਗਾਣਾ। ਆਪਾਂ ਨਹੀਂ ਲੈ ਰਹੇ ਟ੍ਰੇਨਿੰਗ ਅੱਜ ਕੱਲ੍ਹ, ਸਾਨੂੰ ਗਾਣਾ ਵੀ ਨਹੀਂ ਆ ਰਿਹਾ। ਕਿਸ ਤਰ੍ਹਾਂ ਦਾ ਸਕਾਲਰ ਬਣਨਾ, ਕਿਸ ਤਰ੍ਹਾਂ ਹੋਲੀ ਬਣਾਉਣੀ। ਇਮੈਜਿਨ ਕਰੋ, ਹੋਲਾ ਮਹੱਲਾ ਏਦਾਂ ਹੀ ਆਇਆ, ਉਹਨਾਂ ਦਿਨਾਂ 'ਚ ਹੀ ਆਇਆ। ਕਿਵੇਂ ਟ੍ਰੇਨਿੰਗ ਦਿੱਤੀ? ਕਿਉਂਕਿ ਉਸ ਵੇਲੇ ਫਿਰ ਇੱਕ ਵਿਜ਼ਨ ਦਿੱਤੀ 10ਵੇਂ ਪਾਤਸ਼ਾਹ ਨੇ ਕਿ ਹੁਣ ਜਿਹੜਾ ਹੈ ਇੱਕ ਕਮਿਊਨਿਟੀ ਨੂੰ ਨਾ, ਦੇਖੋ ਜਦ ਲੀਡਰਸ਼ਿਪ ਹੁਣ ਤੱਕ ਆਈ ਸੀ ਇੱਕ ਬੰਦੇ ਨੂੰ, ਫਿਰ 10ਵੇਂ ਪਾਤਸ਼ਾਹ ਨੇ ਹੁਣ ਲੀਡਰਸ਼ਿਪ ਦੇਣੀ ਸੀ ਆਵਾਮ ਨੂੰ, ਕਲੈਕਟਿਵ ਨੂੰ। ਤੇ ਕਲੈਕਟਿਵ ਨੂੰ ਲੀਡਰਸ਼ਿਪ ਦੇਣ ਲਈ ਤਿਆਰੀ ਕਰਾਉਣੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਲੋਕੀ ਗਲਤ ਕੰਮ ਕਰਦੇ ਨੇ। ਜਿਵੇਂ ਤੁਸੀਂ ਦੇਖਿਆ ਗੁਰਦੁਆਰਿਆਂ ਵਿੱਚ ਜੇ ਤਿਆਰੀ ਨਾ ਹੋਵੇ, ਜਿਹੜੀ ਕਿ ਸਾਡੀ ਨਹੀਂ ਹੈ, ਅਕਾਲ ਤਖਤ ਤੇ ਵੀ ਹੈ ਨਹੀਂ, ਇਸੇ ਕਰਕੇ ਕੰਮ ਗੜਬੜ ਹੋ ਰਹੇ ਨੇ। ਤਖਤ ਰਾਜਾ ਸੋਭ ਹੈ ਜੋ ਤਖਤੇ ਲਾਇਕ ਹੋਈ ਗੁਰਬਾਣੀ 'ਚ ਆਇਆ। ਜਦ ਅਨਕੁਆਲੀਫਾਈਡ ਬੰਦੇ ਲੀਡ ਕਰਦੇ ਨੇ, ਹਾਊ ਕੈਨ ਯੂ ਐਕਸਪੈਕਟ ਕਿ ਕੋਈ ਕੰਮ ਠੀਕ ਹੋ? ਇਸ ਕਰਕੇ ਕੁਆਲੀਫਿਕੇਸ਼ਨਸ ਦਿੱਤੀਆਂ ਉਹਨਾਂ ਨੂੰ। 24 ਸਾਲ ਟ੍ਰੇਨ ਕੀਤਾ ਸਿੱਖਾਂ ਨੂੰ। ਕਿਵੇਂ ਟ੍ਰੇਨ ਕੀਤਾ? ਕਿ ਜਿਹੜਾ ਸਾਡਾ ਸਕਾਲਰ ਵੀ ਹੋਊ ਉਹ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਵਰਗਾ ਬਣਾਤਾ। ਤੁਸੀਂ ਦੁਨੀਆ ਵਿੱਚ ਇਮੈਜਿਨ ਕਰੋ, ਕਿਤੇ ਨਹੀਂ ਹੈਗੇ ਇਹੋ ਜਿਹੇ ਸਕਾਲਰ ਜਿਨ੍ਹਾਂ ਨੂੰ ਲੈਂਗੁਏਜ ਆਉਂਦੀ ਹੋਵੇ, ਜਿਨ੍ਹਾਂ ਨੇ ਮੈਨੂਸਕ੍ਰਿਪਟਸ ਤੇ ਕੰਮ ਕੀਤਾ ਹੋਵੇ ਤੇ ਜਦ ਸਮੇਂ ਵਿੱਚ ਪੰਥ ਦੇ ਵਿੱਚ ਲੋੜ ਪਈ ਖੰਡਾ ਵੀ ਖੜਕਾਇਆ ਹੋਵੇ ਤੇ ਸ਼ਹਾਦਤ ਪ੍ਰਾਪਤ ਕੀਤੀ ਹੋਵੇ। ਅਸੀਂ ਦੱਸਦੇ ਨਹੀਂ ਕਿ ਉਹ ਸਾਡੇ ਸਕਾਲਰ ਸੀ। ਉਹਨਾਂ ਨੇ ਸਾਡੇ ਸਰੂਪ ਲਿਖੇ ਨੇ, ਉਹਨਾਂ ਨੇ ਸਾਡੀ ਵਿਆਖਿਆ ਕੀਤੀ ਹੈ ਸਿੱਖਾਂ ਦੀ ਭਗਤਮਾਲਾ। ਸਾਡਾ ਸਕਾਲਰ ਇੰਨਾ ਤਗੜਾ ਸੀ ਤੇ ਉਹਦੇ ਵਿੱਚ ਇੰਨਾ ਪਿਆਰ ਸੀ ਗੁਰੂ ਦੇ ਪ੍ਰਤੀ ਕਿ ਉਹ ਬਲਹਾਰ ਜਾਣ ਲਈ ਵੀ ਤਿਆਰ ਹੋ ਗਿਆ, ਆਪਣੀ ਜਾਨ ਦੇਣ ਲਈ ਤਿਆਰ। ਗੁਰੂ ਸਾਹਿਬ ਨੇ ਟ੍ਰੇਨ ਕੀਤਾ ਤੇ ਜਿਹੜਾ ਉਹਨਾਂ ਦਾ ਅਗਲਾ ਟ੍ਰੇਨ ਹੋਇਆ, ਦਿਸ ਇਜ਼ ਭਾਈ ਮਨੀ ਸਿੰਘ ਐਂਡ ਬਾਬਾ ਦੀਪ ਸਿੰਘ, ਕਿ ਜਿਨ੍ਹਾਂ ਨੂੰ ਗੁਰੂ ਨੇ ਟ੍ਰੇਨ ਕੀਤਾ ਤੇ ਜਿਹੜਾ ਗੁਰੂ ਦਾ ਇੱਕ ਤਗੜਾ ਸਿੱਖ ਹੈ ਜਿਹਨੇ ਉਹਨੂੰ ਟ੍ਰੇਨ ਕੀਤਾ, ਉਹ ਵੀ ਉਹੋ ਜਿਹਾ ਸਕਾਲਰ ਤੇ ਉਦਾਂ ਦਾ ਹੀ ਸ਼ਹਾਦਤ। ਇਸ ਕਿਸਮ ਦਾ ਸਾਡਾ ਸਕਾਲਰ ਤਿਆਰ ਕੀਤਾ ਸੀ। ਇਹ ਟ੍ਰੇਨਿੰਗ ਮਿਲ ਰਹੀ ਹੈ। ਸਾਡੇ ਮਿਊਜ਼ੀਸ਼ੀਅਨ ਤਿਆਰ ਕੀਤੇ ਕਿਸ ਤਰ੍ਹਾਂ ਦੇ। ਕਵਿਤਾ, ਸਾਡੀ ਕਵਿਤਾ ਹੀ ਅੱਜ ਕੱਲ੍ਹ ਮਰਨੀ ਸ਼ੁਰੂ ਹੋ ਗਈ ਹੈ। ਕਿਸ ਕਿਸਮ ਦਾ ਕਾਵ ਹੋਵੇ ਸਾਡਾ, ਕਿਸ ਕਿਸਮ ਦੀ ਪੋਇਟਰੀ। 52 ਕਵੀ ਰੱਖਣੇ ਕੋਈ ਛੋਟੀ ਗੱਲ ਥੋੜੀ ਹੁੰਦੀ ਆ। ਉਹ ਪੌਂਟਾ ਸਾਹਿਬ ਜਿੱਥੇ ਕੰਮ ਸ਼ੁਰੂ ਕੀਤਾ, ਤੁਸੀਂ ਜੇ ਨਹੀਂ ਵੀ ਗਏ ਹੋ ਉੱਥੇ, ਤੁਹਾਡੇ 'ਚੋਂ ਕੋਈ ਗਏ ਹੋਣਗੇ, ਗੂਗਲ ਮੈਪ ਤੇ ਜਾ ਕੇ ਦੇਖ ਲਿਓ, ਉੱਥੋਂ ਜਮਨਾ ਨਿਕਲ ਰਹੀ ਆ ਤੇ ਉਸ ਪਹਾੜੀ 'ਚੋਂ ਜਿੱਥੋਂ ਨਿਕਲਦੀ ਆ ਉਹ ਵੀ ਕਰਵ ਲੈ ਗਈ। ਮਤਲਬ ਇਹ ਕੁਛ ਰਿਸ਼ਤਾ ਹੈਗਾ, ਗੁਰਬਾਣੀ ਵਿੱਚ ਆਉਂਦਾ ਹੈਗਾ ਕਿ ਜਿਹੜੀਆਂ ਨਦੀਆਂ ਵਾਹਾਂ ਵਿਛੰਦੀਆਂ ਮੇਲਾ ਸੰਜੋਗੀ ਰਾਮ ਦੀ ਗੱਲ ਆ ਨਾ, ਉਹਦੇ ਨਾਲ ਨਾਲ ਮਾਝ ਕੀ ਵਾਰਜ ਗੁਰੂ ਗ੍ਰੰਥ ਸਾਹਿਬ 'ਚ ਆਇਆ ਕਿ ਜਿਹੜਾ ਗੁਰੂ ਸਮੁੰਦ ਨਦੀ ਸਭ ਸਿੱਖੀ, ਕਿ ਜਿਹੜਾ ਸਿੱਖ ਹੈਗਾ ਨਾ ਉਹ ਇੱਕ ਨਦੀ ਦੇ ਵਾਂਗੂ ਹੁੰਦਾ। ਨਦੀ ਵਹਿੰਦੀ ਰਹਿੰਦੀ ਹੈ, ਇਟਸ ਕੰਟੀਨਿਊਸਲੀ ਫਲੋਇੰਗ। ਤੇ ਸਿੱਖਾਂ ਨੂੰ ਕੰਟੀਨਿਊਸਲੀ ਫਲੋ ਹੋਣਾ ਪਊ। ਇਹ ਕਰਨਾ ਸਿਖਾਇਆ ਸਾਡੇ ਪੋਇਟਸ ਨੂੰ ਕਿ ਤੁਹਾਡੀ ਕਵਿਤਾ ਦੇ ਵਿੱਚ ਕੰਸਟਰਕਸ਼ਨ ਨਹੀਂ, ਤੁਹਾਡੀ ਕਵਿਤਾ ਦੇ ਵਿੱਚ ਫੀਲਿੰਗ ਚਾਹੀਦੀ ਹੈ, ਹਾਈਐਸਟ ਲੈਵਲ ਦੀ ਫੀਲਿੰਗ ਫਲੋ ਕਰੇ ਹੋ। ਇੱਕ ਲਿਖੀ ਜਾਂਦੀ ਹੈ ਸਰਕਾਰਾਂ ਨੂੰ ਖੁਸ਼ ਕਰਨ ਲਈ ਤੇ ਅਵਾਰਡ ਲੈਣ ਲਈ, ਇੱਕ ਲਿਖੀ ਜਾਂਦੀ ਹੈ ਲੋਕਾਂ ਦੇ ਜਜ਼ਬਾਤ ਨੂੰ ਰੌਂਗਟੇ ਖੜੇ ਕਰਨ ਲਈ। ਜਿਹੜੀਆਂ ਜੋ ਤੁਸੀਂ ਪਿਛਲੇ 30 ਸਾਲਾਂ ਵਿੱਚ ਸੁਣੀਆਂ ਨੇ, ਤੁਹਾਨੂੰ ਕੁਲਦੀਪ ਮਾਣਕ ਸੁਣਨਾ ਹੀ ਪਊਗਾ। ਉਹਦੀ ਕਿਤੇ ਵਾਰ ਸੁਣ ਲਓ ਨਾ ਬੰਦੇ ਬਹਾਦਰ ਦੀ, ਤੁਸੀਂ ਬੈਠ ਹੀ ਨਹੀਂ ਸਕਦੇ ਟਿੱਕੇ। ਇਹ ਹੁੰਦਾ ਕਿਵੇਂ ਗਾਣਾ ਤੇ ਕਿਵੇਂ ਲਿਖਣਾ, ਤੇ ਉਸ ਵੇਲੇ ਕੀਤਾ ਗਿਆ। ਫਿਰ ਸਾਨੂੰ ਹੋਲੀ ਖੇਡਣੀ ਸਿਖਾਈ, ਗੁਰਬਾਣੀ 'ਚ ਆ ਗਿਆ ਹੋਲੀ ਖੇਡਣੀ ਸੰਤ ਸੇ। ਕਹਿੰਦੇ ਅਸੀਂ ਵੀ ਹੋਲੀ ਖੇਡਣੀ ਆ ਪਰ ਵੱਖਰੇ ਕਿਸਮ ਦੀ ਖੇਲਾਂਗੇ। ਭਾਈ ਨੰਦ ਲਾਲ ਗੋਇਆ ਨੇ ਲਿਖਿਆ ਕਿ ਜਿੱਦਣ 10ਵੇਂ ਪਾਤਸ਼ਾਹ ਨੇ ਗੁਲਾਲ ਸਿੱਟਾ, ਕਹਿੰਦੇ ਉਸ ਵੇਲੇ ਉਸ ਧਰਤੀ, ਆਕਾਸ਼ ਤੋਂ ਲੈ ਕੇ ਧਰਤੀ ਤੱਕ ਸਾਰਾ ਹੀ ਲਾਲ ਹੋ ਗਿਆ, ਗੂੜਾ ਲਾਲ। ਹੁਣ ਲਾਲ ਰੰਗ ਤੁਹਾਨੂੰ ਪਤਾ ਗੁਰਬਾਣੀ ਵਿੱਚ ਆਜ ਨੂੰ ਅੱਜ ਕੱਲ੍ਹ ਕਈ ਲੋਕੀ ਕਹਿੰਦੇ ਨਾ ਪਾਓ। ਦੇਖੋ ਗੁਰਬਾਣੀ 'ਚ ਆਇਆ ਕਿ ਲਾਲ ਰੰਗ ਹੀ ਤਾਂ ਚੜਾਉਣਾ। ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਆ ਸੂਰਾ। ਲਾਲ ਰੰਗ ਤਿਸਕੋ ਲਗਾ ਜਿਸਕੇ ਵਡ ਭਾਗਾ। ਲਾਲ ਦਾ ਮਤਲਬ ਹੁੰਦਾ ਟੂ ਬੀ ਇਨ ਲਵ। ਉਹਦੀ ਫਿਜ਼ੀਕਲੀ ਲੈਵਲ ਤੇ ਹੈਗਾ ਡੀਪ ਕ੍ਰਿਮਸਨ ਰੈਡ, ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ।
वो डीप क्रिमसन रेड निशानी है कि तुसी हुण प्यार विच भिजे पए, जिन्हों पिछले 100 सालों में फिर हिंदुस्तानी रेवोल्यूशनरीज ने भी वरत्या है। तुहानूं पता ईवन भगत सिंह भी जब अपना लैटर लिखता है होली वाले दिन, जिदण 6 बब्बर अकालियां नूं फांसी दी जाती है लाहौर कंस्पिरेसी केस दे विच, वो लिखता है उस हिंदी के अपने एडिटोरीअल दे विच, कहंदा पूरा हिंदुस्तान सुता पिया होली मना रहा, तो ये कहने ने आज़ादी चाहिए है, आज़ादी हिंदुस्तान नूं बब्बर अकाली लैके दे रहे हैं जिहड़ियां जानां वार रहे हैं। मतलब 100 साल पहला भी इदा ही होया कि 10वें पातशाह ने यह ट्रेनिंग दी सी, जिहड़ी भाई नंद लाल गोहे ने भी लिखी आ कि जिहड़ा होला महल्ला सीगा कि जिहड़े प्यार विच भिजे होए ने वो शस्त्र विद्या लैणगे। तुहानूं पता जे किसी नूं अनट्रेनड बंदे नूं जिहदे विच प्यार है नहीं, जिहदे विच विजडम है नहीं, कोई भी शस्त्र दे दोगे वो गलत यूज करता, जो हो रहा अजकल। ट्रेनड वॉरियर दे हथ सूरा गुरबाणी च उहनूं कहा जाको हर रंग लागो इस जुग में, जिहड़ा डिवाइन लव दे विच भिजिया होया उन्होंने पता शस्त्र किवें वरतना। दिस इज द डिफरेंस बिटवीन अ फाइटर एंड अ वॉरियर। 10वें पातशाह ने वॉरियर बनाए सी, फाइटर नहीं। फाइटर तो अज भी बड़े फिरदे ने, वॉरियर का कोड हुंदा, वॉरियर की ट्रेनिंग हुंदी है कि वैपन नहीं वरतना, तो बहुत सारे काम कर दिते जान। जिवें 10वें पातशाह ने लिखता कि जब सारिया चीज़ां एग्जॉस्ट करतियां फिर वैपन चकना, तो फाइटर का हुंदा पहला ही वैपन चकना। वॉरियर इज वेरी डिसिप्लिन, वॉरियर इज वेरी वेल ट्रेनड, ਉਹਦੀ मैंटल ट्रेनिंग, ਉਹਦੀ लव के लैवल की ट्रेनिंग बड़ी जबरदस्त है। यही लिखा गुरबाणी कि वो प्यार विच ड्रंचड हैगा, हर रंग दे विच भिजिया होया। ये ट्रेनिंग दी जा रही है होले मुहल्ले वेले। उत्थे किले बनाए फिर 10वें पातशाह ने 5 किले बनाए। असीं किलियां नूं अजकल तोड़ दिता। देखो उत्थे आनंदगढ़ का किला साडे कोल पिक्चर पई है पंजाब डिजिटल लाइब्रेरी दे विच, 1930s विच तक वो खड़ा सीगा। भाई धन्ना सिंह ने फोटोआं लाइया ने सारिया बिल्डिंगां दियां पंजाब दियां उस वेले दियां। 1960s दे विच जिहड़ा किला 10वें पातशाह ने बनाया सी, जिस किले नूं ना अहमद शाह अब्दाली ने ढाया ना ब्रिटिश गवर्नमेंट ने ढाया, 1960s दे विच हिंदुस्तान की गवर्नमेंट क्यों ढांदी आ? वो निशानियां तोड़ रहे हैं कि साडे किले भी इस तरह के सी जिथे 10वें पातशाह ने ट्रेनिंग दित्तियां सी। इस तरह इतिहास नूं मितिहास विच बदलिया जा रहा, क्योंकि साडा इतिहास की सी गुरबाणी क्योंकि आ गया। गुरु नानक साहब इस धरती ते एक खास किस्म का राज कायम करन आए सी। नानक राज चलाया सच कोट सतानी नींव दे। कोट हुंदा किला। कहंदे गुरु नानक साहब ने, गुरु ग्रंथ साहब का कथन ना मेरा नहीं, कहंदे गुरु नानक साहब इस धरती ते एक गवर्नेंस सिस्टम लैके आए सी। लाइफ इज अबाउट कि रिलीजियस लैवल ते गल्लां नहीं हुंदियां करनियां, रिलीजियोसिटी पर्सनल हुंदी है। तुसी रब नाल रिश्ता बनाओ, तगड़ा रिश्ता बनाओ, नाम जपो, बाणी का पाठ करो, सेवा करो, ये सब तुसी अपने लिए कर रहे हो। बट जो तुसी पब्लिकली करना हुंदा वो बाबा बंदा सिंह बहादुर ने दस्सिया, जिन्हों असीं देख देख फतेह आखदे आ। ये ट्रेनिंग दित्ती सीगी कि जब लोकां दे विच विचरना, एकोनॉमिक ते पोलिटिकल राइट्स की गल करो। एकोनॉमिक ते पोलिटिकल राइट्स जब वो इक्वल हुंदे ने तां तरक्की हुंदी है, फतेह तां हुंदी है। गुरुद्वारे दे इलैक्शन जित के नहीं फतेह हो जाती। सिखां दे विच दस्सिया गया देग तेग फतेह। देगा वड्डा कॉलड्रन हुंदा ना, तुसीं देखिया ना पुराने गुरुद्वारियां विच, ओहदा मतलब हुंदा एकोनॉमिक प्रॉस्पैरिटी। तेग इस कृपाण ओहदा मतलब हुंदा पोलिटिकल सॉवरेनिटी। कहंदे जद लोकां दे विच एकोनॉमिक प्रॉस्पैरिटी हुंदी है ते पोलिटिकल प्रॉस्पैरिटी हुंदी है, वो फतेह आ, वो विक्टरी आ। ये ट्रेनिंग 10वें पातशाह दे रहे। साडा स्कॉलर, साडा राइटर, साडा पोएट, साडा वॉरियर, ये ट्रेनिंग 15 मार्च 1699 डेट दी हैगी। उन्होंने हुक्मनामा पास किया 10वें पातशाह ने, जिहदे उन्होंने कहा कि अज तो मसंद नैलीफाइड करते खत्म कर दिते, क्योंकि एक नवा विसाख का दिन चढ़न वाला। तुहानूं पता कोई नवी पॉलिसी या लॉ पास करना पवे, पुराना नैलीफाई करना पैंदा। मसंद करप्ट हो चुके थे जिवें अज हैगे ने, जिवें 100 साल पहला भी करप्ट सीगे। तां ही सिंह सभा मूवमेंट नूं क्लीन अप करना पिया ना, गुरुद्वारा सुधार मूवमेंट करके। अज दे वांगू ही सी, 10वें पातशाह वेले भी हो चुके सी। 10वें पातशाह वेले फिर एक बीबी पंजाब कौर उन्होंने बुलाउंदी है देहरादून तो कि जिहड़ा लोकल मसंद आ सानू भी तंग कर रहा, तो 10वें पातशाह जाते हैं उस मसंद की टेक केयर कर। वाला आप गुरु घर चों छेकिया होया सी, जिन्होंने असीं राम राय आखदे। कैन यू इमेजिन दिस कि गुरु कितना सेंसिटिव आ
कि जिस बंदे ने ਜਿਹੜਾ ਉਹਨਾਂ ਦੇ ਪਰਿਵਾਰ ਦਾ ਵੀ ਸੀ ਤੇ ਜਿਸ ਬੰਦੇ ਨੇ ਗੁਰੂ ਦੀ ਹੁਕਮ ਦੀ ਉਲੰਘਣਾ ਕਰਕੇ ਔਰੰਗਜ਼ੇਬ ਦੇ ਦਰਬਾਰ ਤੇ ਜਾ ਕੇ ਵਿੱਚ ਜਾ ਕੇ ਮਿਸਰੈਪ੍ਰੈਜ਼ੈਂਟੇਸ਼ਨ ਕੀਤੀ, ਬਟ ਉਹਨਾਂ ਦੇ ਘਰੋਂ ਵੀ जब फरियाद आई कि सानू प्रोटेक्ट करो, गुरु गोबिंद सिंह महाराज गोस टू हर, उस वेले गुरु गोबिंद सिंह महाराज पौंटे एरिया में सी, पौंटा साहब दे वो देहरादून के करीब रहिंदे सी, ही गुरु गोबिंद सिंह महाराज उत्थे डेरे ते जाके उहदी प्रोटेक्शन भी करदे ने। ये हैगा वेला 1676 तो लैके 1699 ਦੇ ਵਿੱਚ 24 साल इस तरह की ट्रेनिंग। इन्हां दिनां ਵਿੱਚ ही 22 धार ਦੇ राजियां नाल लड़ाइयां, 22 राजे सी उत्थे, सिर्फ एक राजा गुरु गोबिंद सिंह महाराज दे नाल सीगा, नाहन का राजा मेघी प्रकाश। 21 राजे गुरु गोबिंद सिंह के खिलाफ, तो गुरु गोबिंद पातशाह महाराज लिख रहे हैं, हिस्टरी साढ़े को अवेलेबल आ, कहते तेन एक बार तैन कर लिया, 2 बार कर लिया, हम कितनी बार एतवार करिए, तू कहना कुछ है करना कुछ है। इसे करके जफरनामे में गल आई ना इवेंचुअली, जब औरंगजेब को दसिया कि हुण तेरे ते एतवार नहीं किया जा सकता, तू झूठ बहुत बोलता, इनफ इज इनफ। 1699 विसाखी वाले दिन फिर खालसे का प्रकाश होया। तुहानूं साखी का पता मैं वो नहीं दोहरावांगा, बट जिहड़ी गल उधर नंबर 1 काम होया सी वो दोहराउण दी बहुत जरूर गल आ। जब कोई भी दिन मनाया जाता उहदे पिछे मकसद हुंदा। 10वें पातशाह ने विसाखी वाले दिन सानूं दित्ती सी नाश डॉक्ट्रिन, वो असीं भुल गए आ। सानूं 5 प्यारे याद ने, सानूं पोशाकां दे उत्ते असीं जोर लाता ते टेंट दे विच की होया नहीं होया इत्थे ही लड़ी जांदे आ। असली गल तो होंदी जिवें डैकलरेशन ऑफ इंडिपेंडेंस होंदी है, डैकलरेशन तो दसो की हुई सी उधर। डैकलरेशन सीगी नाश डॉक्ट्रिन दी। नाश हुंदा कर्म नाश, धर्म नाश, कुल नाश, शर्म नाश। कुल नाश तुहाडा बैकग्राउंड की है, 10वें पातशाह के कोई फर्क नहीं, सारे बैकग्राउंड इक्को जिहे, असीं सारे गर्भदांश हां। ये पता कितनी वड्डी गल है कहनी। अज भी देखो किन्ने कैस्टेड असीं बन गए हैं, कैसे ना ते गुरुद्वारे तो हैगी, पता नहीं की हो रहा साडा। एक कैस्टिज्म को खत्म करने लिए 10वें पातशाह ने क्या कुल नाश। अज तो बाद तुहाडा कुल भी नवा, तुसीं सतगुर कह के घर जन्म लै रहे हो। असीं सतगुर का अंश है, असीं रब का अंश है, कोई फर्क नहीं पैंदा कित्थे जम्मे सी। फिर कहते धर्म नाश। तुहानूं पता धर्म के नाम से की हो रहा, गुरबाणी च आया ये जिहड़ा धर्म आ ना ये बड़ा डेंजरस आ। तुसीं कहोगे हरिंदर की गल्लां कर रहा खड़ के, गुरु ग्रंथ साहब च आया एक कर्म धर्म पाखंड जो दिस, कहने ये कार्मिक थ्योरी ते धर्म करने वाले बंदे ये तो पखंड ने। ये गुरु ग्रंथ साहब च लिखिया ते 10वें पातशाह ने पॉलिसी बनाती धर्म नाश। अज तो बाद तुहाडा पहला की धर्म हुंदा सी कोई मतलब नहीं सानूं, क्योंकि उहदे नाम ते भी बहुत बड़ा बिजनेस चल रहा है, लोगों को कंफ्यूज की। कर्म नाश कि तुहाडे कर्मां च की लिखिया सानूं कोई मतलब नहीं। अजकल आपां बोली जांदे आ, सिख भी खाई जांदे आ, कईयां ने अमृत भी पान किया हुंदा, फिर कहंदे साडे कर्मां च है नहीं। ये तो ब्राह्मण कहंदा सी तुहाडे कर्मां च है नहीं। गुरु ग्रंथ साहब च आया ब्राह्मण बारे, ये पांडे कमन कुमत तुम लागे। तू कही जी गल्लां लोगों को सिखा के उन्होंने झूठ बोल रहे हैं। गुरु साहब ने कर्म का मतलब ही बदलता, कहंदे जिहड़े कर्मां च की लिखिया सानूं कोई मतलब नहीं, सानूं तां ये मतलब आ कि साडा गुरु की कह रहा। क्योंकि एक इंजीनियस डिजाइन सी, जिन्ना कोल कुछ नहीं सी उन्होंने कुछ ना मिले, इस करके कहता तेरा काम ही है नहीं, तेरे कर्मां च ही है नहीं। वो भी खत्म करता, गुर प्रसाद सानू देता। किते आया मूल मंत्र विच कर्म की गल, बहुत बड़ा कंफ्यूजन पैदा किया होया सी। कर्मां विच साडे की आ, कहंदे कर्म सच्चा निशान, उत्थे अरबी का कर्म लाया है गुरु साहब, ते कर्म का मतलब हुंदा बख्शिश। कहंदे असली निशानी जो देखनी है रब दी, वो बख्शिश देखो, ये ना देखो कि तुहानूं ब्राह्मण की कह रहा है। क्योंकि ब्राह्मण के बारे गुरु ग्रंथ साहब च आया ब्राह्मण गुरु है जगत का, भगतन का गुरु ना है। कहंदे दुनिया नूं दसदा की करो, जिन्हां ने रब नाल इश्क करना उहनां दी गल सुनना। गुरु ग्रंथ साहब च आया ते 10वें पातशाह ने पॉलिसी बनाती कर्म नाश, धर्म नाश, कुल शर्म नाश। शर्म हुंदा कि लोकां ने लोक लज्जा क्रिएट कर देनी, अंबैरसमेंट क्रिएट करना जिन्हों आपां कहंदे आ। गुरु साहब ने कहा बिल्कुल अंबैरस ना हो, एवरी प्रोफेशन जो मर्जी काम करो कोई फर्क नहीं पैंदा, क्योंकि इंडिया में कई प्रोफेशन अंबैरसिंग बनाते सीगे। ते भरम नाश, भरम हुंदे ने डाउट, बड़े डाउट्स पैदा हो गए हैं अज साडे दे विच। फिर भरम नाश करदा, भरम क्योंकि गुरु का रोल ही गुरबाणी जी दसिया। कौन आ गुरु? कहना गुरु आ जिन भरम गढ़ तोड़िया। कहते जो भरमां का किला दिमागां दे विच आ गया सी ना, जिहड़ा उहनूं तोड़ दिंदा वो आ गुरु। इस करके साडे भरम, दोचित्तापन, डायकॉटमी, ये करा कि वो करा, ये बंद कराता। कहते बड़ा क्लीयर रखो, काम वो करो
ਜਿਹੜਾ ਇੱਕ ਓਂਕਾਰ ਦੇ ਵਿੱਚੋਂ ਇੰਸਪੀਰੇਸ਼ਨ ਨਿਕਲ ਰਹੀ ਹੈ, ਜਿਹੜੇ ਲੋਕਾਂ ਨੂੰ ਵੱਖ-ਵੱਖ ਕਰਕੇ ਨਹੀਂ ਦੇਖਦੀ, ਇਹ ਭਰਮ ਨਾਸ਼ ਕੀਤਾ ਸਾਡਾ। ਇਹ ਹੋਇਆ ਸੀ ਵਿਸਾਖੀ ਵਾਲੇ ਦਿਨ। ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਗੱਲਾਂ ਸੁਣੀਆਂ, ਫਿਰ ਉਹਨਾਂ ਨੂੰ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੂੰ ਉੱਠ ਤੇ ਅੰਮ੍ਰਿਤ ਛਕ ਤੇ ਤੂੰ ਉੱਠ ਤੇ ਅੰਮ੍ਰਿਤ ਛਕ। ਗੁਰੂ ਨੇ ਕਿਹਾ ਕੋਈ ਹੈ ਜਿਹੜਾ ਇਹ ਕਰਨਾ ਚਾਹੁੰਦਾ। ਤੇ ਤੁਹਾਨੂੰ ਪਤਾ ਉਦੋਂ 5 ਬੰਦਿਆਂ ਵਿੱਚੋਂ ਸਿਰਫ ਇੱਕ ਪੰਜਾਬੀ ਉੱਠਿਆ ਸੀ। ਅੱਜ ਇਮੈਜਿਨ ਕਰ ਸਕਦੇ ਹੋ ਕਿ 5 ਜਥੇਦਾਰਾਂ ਵਿੱਚੋਂ ਸਾਰੇ ਪੰਜਾਬੀ ਹੁੰਦੇ ਨੇ ਨਾ, ਤੇ ਸਾਰੇ ਜੱਟੀ ਹੁੰਦੇ ਨੇ ਮੋਸਟਲੀ। ਦੇਖੋ ਰਿਐਲਿਟੀ ਸਾਡੀ ਬਦਲ ਗਈ ਆ, ਇਸੇ ਕਰਕੇ ਅਸੀਂ ਪ੍ਰੋਬਲਮ 'ਚ ਹੈਗੇ ਆ। ਅਸੀਂ ਗੁਰੂ ਦੀ ਗੱਲ ਤੋਂ ਟੁੱਟ ਗਏ ਆ। ਤੇ 10ਵੇਂ ਪਾਤਸ਼ਾਹ ਨੇ ਜਦ ਕਿਹਾ ਕੋਈ ਹੈ, 5 ਉੱਠੇ, ਇੱਕ ਪੰਜਾਬ ਦਾ ਸੀ, ਬਾਕੀ ਬਾਹਰੋਂ ਵੱਖਰੇ ਵੱਖਰੇ, ਵੱਖਰੇ ਦੇਸ਼ ਦੇ, ਵੱਖਰੇ ਭੇਸ਼ ਦੇ, ਵੱਖਰੀ ਬੋਲੀ ਵਾਲੇ, ਵੱਖਰੇ ਖਾਣ ਪੀਣ ਵਾਲੇ। ਗੁਰੂ ਨੇ ਕੋਈ ਵਿਤਕਰਾ ਨਹੀਂ ਕੀਤਾ। ਤੇ ਉਹਨਾਂ ਵਿੱਚੋਂ ਅਖੀਰ ਦੇ ਵਿੱਚ ਜਿਹੜਾ ਉੱਠਿਆ, ਜਿਹਨੂੰ ਅਸੀਂ ਭਾਈ ਸਾਹਿਬ ਸਿੰਘ ਆਖਦੇ ਆ, ਉਹ ਨਾਈ ਸੀਗਾ, ਬਾਰਬਰ। ਇਮੈਜਿਨ ਵੀ ਨਹੀਂ ਕਰ ਸਕਦੇ ਅਸੀਂ ਇਸ ਗੱਲ ਨੂੰ ਅੱਜ, ਕਿ ਗੁਰੂ ਸਾਹਿਬ ਨੇ ਇੰਨਾ ਐਕਸਾਈਟਮੈਂਟ ਕ੍ਰੀਏਟ ਕਰਦਾ ਸੀ ਕਿ ਇੱਕ ਬਾਰਬਰ ਵੀ ਪਹਿਲਾਂ ਦਰਬਾਰ ਵਿੱਚ ਆ ਕੇ ਬੈਠਿਆ, ਨਾਈ, ਤੇ ਉਹਨੂੰ ਵੀ ਲੱਗਿਆ ਕਿ ਨਹੀਂ, ਮੈਂ ਵੀ ਕੁਰਬਾਨ ਜਾਣਾ ਇੱਥੇ, ਮੈਂ ਵੀ ਬਲਿਹਾਰੇ ਜਾਣਾ। ਇੰਨਾ ਐਕਸਾਈਟਮੈਂਟ ਗੁਰੂ ਪੈਦਾ ਕਰਦਾ। ਮਤਲਬ ਇੰਨੀ ਓਪਨਨੈਸ ਚਾਹੀਦੀ ਹੈ ਤੁਹਾਡੇ ਵਿੱਚ। ਇਹ ਜਿਹੜੀਆਂ ਹੋਰ ਧਰਮਾਂ ਵਾਂਗੂ ਕਾਜ਼ੀ, ਬ੍ਰਾਹਮਣ ਤੇ ਯੋਗੀ ਵਾਂਗੂ ਨਾ ਬਣ ਜਿਓ। ਗੁਰਬਾਣੀ ਚ ਆਇਆ ਇਹ ਤੀਨੇ ਉਜਾੜੇ ਕਾ ਬੰਦ। ਇਹ ਤਾਂ ਬੜੇ ਵਾਇਲੈਂਟ ਬੰਦੇ ਨੇ। ਤੇ ਸਾਡੇ ਵਿੱਚ ਵੀ ਹੁਣ ਸਾਡੇ ਦਿਮਾਗਾਂ ਵਿੱਚ, ਸਿੱਖਾਂ ਦੇ ਵਿੱਚ ਵੀ ਕੋਈ ਕਾਜ਼ੀ ਵਾਂਗੂ ਡੀਲ ਕਰਦਾ, ਕੋਈ ਬ੍ਰਾਹਮਣ ਵਾਂਗੂ ਡੀਲ ਕਰਦਾ, ਕੋਈ ਯੋਗੀ ਵਾਂਗੂ ਡੀਲ ਕਰ ਰਿਹਾ। ਇਸ ਤੋਂ ਬਚਣਾ ਇਹ 10ਵੇਂ ਪਾਤਸ਼ਾਹ ਨੇ ਸਾਨੂੰ ਦੱਸਿਆ। ਤੇ ਇਹ ਫਿਰ ਖਾਲਸਾ ਜਦ ਪ੍ਰਗਟਾਤਾ, ਤੁਹਾਨੂੰ ਪਤਾ ਖਾਲਸਾ ਪ੍ਰਗਟਿਓ ਪ੍ਰਮਾਤਮ ਕੀ ਮੌਜ। ਗੁਰੂ ਸਾਹਿਬ ਨੇ ਨਹੀਂ ਕ੍ਰੈਡਿਟ ਲਿਆ। ਦੇਖੋ ਕਿੰਨੀ ਹਲੀਮੀ ਹੈ, ਕਹਿੰਦੇ ਮੇਰਾ ਕੰਮ ਨਹੀਂ ਹੈ ਇਹ ਤਾਂ ਰੱਬ ਨੇ ਕਰਾਇਆ। ਇਸੇ ਕਰਕੇ ਖਾਲਸਾ ਦਾ ਬਰਥਡੇ ਨਹੀਂ ਹੈ, ਕਹਿੰਦੇ ਖਾਲਸਾ ਪ੍ਰਗਟਿਆ, ਕਿਉਂਕਿ ਬਣਾਇਆ ਜਾ ਰਿਹਾ ਸੀ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ। ਸਹਿਜੇ ਰਚਿਓ ਖਾਲਸਾ, ਸਾਡੀ ਲਫ਼ਜ਼ ਨੇ ਭਾਈ ਗੁਰਦਾਸ ਦੂਜੇ ਦੇ। ਸਹਿਜੇ ਰਚਿਓ ਮਤਲਬ ਇਟ ਵਾਸ ਇਨ ਟ੍ਰੇਨਿੰਗ, ਇਟ ਵਾਸ ਇਨ ਦਾ ਮੇਕਿੰਗ। 200 ਇਅਰਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਪਹਿਲੇ ਪਾਤਸ਼ਾਹ ਤੋਂ ਲੈ ਕੇ, ਤੇ 10ਵੇਂ ਪਾਤਸ਼ਾਹ ਨੇ ਇਨੋਗ੍ਰੇਸ਼ਨ ਕੀਤੀ। ਤੇ ਖਾਲਸਾ ਮੇਰਾ ਸਤਿਗੁਰ ਪੂਰਾ ਆਖਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਮੇਰਾ ਗੁਰੂ ਖਾਲਸਾ। ਇਹਦਾ ਮਤਲਬ ਇੱਕ ਇਹ ਵੀ ਬਣਦਾ, ਖਾਲਸਾ ਸਿਰਫ ਅੰਮ੍ਰਿਤ ਛਕ ਕੇ ਨਹੀਂ ਬਣਿਆ ਜਾ ਸਕਦਾ, ਤੁਹਾਡੇ ਕੈਰੈਕਟਰ ਤੇ ਬਿਹੇਵੀਅਰ ਦੇ ਵਿੱਚ ਖਾਲਸਾ ਚਾਹੀਦਾ। ਅਦਰਵਾਈਜ਼ ਤੁਹਾਨੂੰ ਪਤਾ ਜਥੇਬੰਦੀਆਂ ਦੀ ਪ੍ਰਧਾਨਗੀ ਲੈਣ ਵੇਲੇ ਅੰਮ੍ਰਿਤ ਛਕ ਲੈਂਦੇ ਨੇ ਲੋਕ। ਲੈਟਸ ਡੀਲ ਵਿਦ ਅ ਰਿਐਲਿਟੀ। ਉਹ ਦੋਗਲਾਪਣਾ, ਉਹ ਬਹਿਰੂਪੀਆਪਣਾ ਹੈਗਾ। ਪਾਤਸ਼ਾਹ ਨੇ ਕਿਹਾ ਕਿ ਅੰਮ੍ਰਿਤ ਉਹ ਨਹੀਂ ਹੈ ਜੋ ਅਸੀਂ ਬਣਾਤਾ। ਅੰਮ੍ਰਿਤ ਕੀ ਆ? ਦੇਖੋ ਅਸੀਂ ਲਫ਼ਜ਼ੀ ਮਤਲਬ ਵੀ ਜੇ ਸਮਝ ਲਾਂਗੇ ਸਾਨੂੰ ਬਹੁਤ ਕੁਝ ਪਤਾ ਲੱਗ ਜੂ। ਮ੍ਰਿਤ ਤੇ ਆ ਮੇਕਸ ਇਟ ਆਪੋਜ਼ਿਟ। ਮ੍ਰਿਤ ਹੁੰਦਾ ਮਰਿਆ ਹੋਇਆ, ਜਿਹੜਾ ਇਸ ਕੰਮ ਲਈ ਤਿਆਰ ਹੈ ਕਿ ਮੈਂ ਜ਼ਿੰਦਾ ਰਹਿਣਾ, ਇਮੋਰਟਲ ਬਣ ਜਾਣਾ। ਮਤਲਬ ਜਿਹੜਾ ਮੌਤ ਦੇ ਨਾਲ ਡੀਲ ਕਰ ਚੁੱਕਿਆ, ਉਹ ਛਕਣ ਆਉਣਾ ਅੰਮ੍ਰਿਤ। ਕਿਉਂਕਿ ਸਭ ਤੋਂ ਵੱਡਾ ਭੈ ਕੀ ਹੈ ਗੁਰੂ ਗ੍ਰੰਥ ਸਾਹਿਬ ਮੁਤਾਬਕ? ਖਾਣਾ ਪੀਣਾ, ਹੱਸਣਾ ਸੋਣਾ, ਵਿਸਰ ਗਿਆ ਹੈ ਮਰਨਾ। ਤੇ ਜਿਸ ਮਰਨੇ ਤੇ ਜਗਦਾ ਰਹੇ ਮੇਰਾ ਮਨ ਆਨੰਦ। ਜਿਹਨੇ ਮੌਤ ਦੇ ਨਾਲ ਡੀਲ ਕਰ ਰਿਹਾ ਉਹ ਅੰਮ੍ਰਿਤ ਛਕਦਾ, ਉਹ ਖਾਲਸੇ ਦੀ ਕੈਰੈਕਟਰ ਤੇ ਬਿਹੇਵੀਅਰ ਤੇ ਅੰਮ੍ਰਿਤ ਵੀ ਪਾਨ ਕਰਦਾ, ਉਹ ਖਾਲਸਾ ਬਣਦਾ। ਜਿਹੜੀ ਸੁਰਤ ਜਾਗੀ ਹਰ ਵੇਲੇ, ਜਾਗਤ ਜੋਤ ਜਪੈ ਨਿਸਬਸ, ਜਿਹੜਾ ਹਰ ਵੇਲੇ ਪਿਆਰ ਦੇ ਵਿੱਚ ਆ, ਉਹ ਖਾਲਸੇ ਨੂੰ ਗੁਰਿਆਈ ਬਖਸ਼ੀ। ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਖਾਲਸੇ ਦੇ ਜਿਹੜੇ ਕਰਤੱਵ ਨੇ, ਡਾਕਟਰ ਇਕਬਾਲ ਦੇ ਮੁਤਾਬਕ ਖਾਲਸੇ ਨੇ ਕੀ ਕੀਤਾ? ਕਹਿੰਦਾ ਖਾਲਸੇ ਨੇ ਪੰਜਾਬ ਦੇ ਵਿੱਚ ਮੁਸਲਮਾਨ ਦੀ ਕੁਰਾਨ ਤੇ ਤਲਵਾਰ ਦੋਨੋਂ ਛਿਨ ਲਈਆਂ। ਖਾਲਸਾ ਸ਼ਮਸ਼ੀਰੋ ਕੁਰਾਨ ਆਦਾ ਬੁਰ। ਇਕਬਾਲ, ਡਾਕਟਰ ਇਕਬਾਲ ਦੀ ਮੈਂ ਗੱਲ ਕਰ ਰਿਹਾ ਸੀ ਕਿ ਉਹਨਾਂ ਨੇ ਲਿਖਿਆ ਫਿਰ ਖਾਲਸੇ ਦੇ ਬਾਰੇ। ਉਹ ਮੁਸਲਮਾਨ ਹੋ ਕੇ ਲਿਖ ਰਹੇ ਨੇ। ਕਹਿੰਦੇ ਇੱਕ ਡਿਵੈਲਪਮੈਂਟ ਹੋਈ ਸੀ ਪੰਜਾਬ ਦੇ ਵਿੱਚ ਜਿਹੜੀ ਗੁਰੂ ਨਾਨਕ ਨੇ ਸ਼ੁਰੂ ਕੀਤੀ ਸੀ। ਡਾਕਟਰ ਇਕਬਾਲ ਦੀ ਪੋਇਮ ਨਾਨਕ, ਉਹਦੇ ਚ ਲਿਖਿਆ, ਕਹਿੰਦੇ ਪੂਰੇ ਹਿੰਦੁਸਤਾਨ ਨੂੰ ਕੋਈ ਨਹੀਂ ਜਗਾ ਸਕਿਆ। ਇੱਕ ਬਹੁਤ ਵੱਡਾ ਬ੍ਰੇਨ ਸਾਊਥ ਏਸ਼ੀਆ ਦਾ ਹੀ ਲਿਖ ਰਿਹਾ। ਕਹਿੰਦਾ ਹਿੰਦੁਸਤਾਨ ਸੁੱਤਿਆ ਰਿਹਾ। ਉਹਦੇ ਚ ਨਾਨਕ ਕਵਿਤਾ ਹੈ ਕਿ ਉਹਦੇ ਐਂਡ ਦੀਆਂ 2 ਲਾਈਨਾਂ ਨੇ, ਫਿਰ ਉਠੀ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਮਰਦੇ ਕਾਮਿਲ ਨੇ ਜਗਾਇਆ ਖੌਫ ਸੇ। ਕਹਿੰਦਾ ਇੱਕ ਅਨਪੈਰਲਲ ਮੈਨ ਸੀ, ਉਹਦਾ ਨਾਮ ਗੁਰੂ ਨਾਨਕ ਆ, ਉਹਨੇ ਆ ਕੇ ਜਗਾਇਆ। ਤੇ ਫਿਰ ਇਕਬਾਲ ਜੀ ਇੱਕ ਵੱਖਰੇ ਸ਼ੇਰ 'ਚ ਲਿਖਦਾ, ਕਹਿੰਦਾ ਇਸ ਤਰ੍ਹਾਂ ਦਾ ਜਗਾਤਾ ਕਿ ਫਿਰ ਉਹਨਾਂ ਨੂੰ ਰਾਜ ਦਿੱਤਾ ਕਰਨ ਦੇ ਲਈ। ਖਾਲਸਾ ਸ਼ਮਸ਼ੀਰੋਂ ਕੁਰਾਨ ਰਾਬਾ ਬੁਰਦ। ਕੁਰਾਨ ਦਾ ਮਤਲਬ ਕੁਰਾਨ ਆ, ਕੁਰਾਨ ਤੋਂ ਮਤਲਬ ਥੌਟ ਦਾ ਇੱਥੇ, ਕਿ ਜਿਹੜਾ ਥੌਟ ਖਾਲਸੇ ਨੂੰ ਦਿੱਤਾ ਤੇ ਜਿਹੜਾ ਉਹਨੂੰ ਸ਼ਮਸ਼ੀਰ ਰਾਜ ਕਰਨ ਦਾ ਤਰੀਕਾ ਦਿੱਤਾ, ਕਹਿੰਦਾ ਉਹ ਬੇਮਿਸਾਲ ਸੀ ਪੰਜਾਬ ਦੇ ਵਿੱਚ। ਦਿਸ ਇਜ਼ ਗੁਰੂ ਗੋਬਿੰਦ ਸਿੰਘ ਮਹਾਰਾਜ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜ਼ਫਰਨਾਮੇ ਦਾ ਮੈਂ ਜ਼ਿਕਰ ਕਰ ਚੁੱਕਿਆ। ਅਖੀਰ ਦੇ ਵਿੱਚ ਇਹ ਗੱਲਾਂ ਕਰਾਂ 5 ਮਿੰਟ ਵਿੱਚ ਕਿ 10ਵੇਂ ਪਾਤਸ਼ਾਹ ਦੀ ਜਿਹੜੀ ਗੁਰਿਆਈ ਬਖਸ਼ੀ ਸੀ ਉਹ ਖਾਲਸੇ ਨੂੰ ਪਹਿਲਾਂ ਹੀ ਬਖਸ਼ਦੀ ਸੀ 1699 ਵਿੱਚ।
फिर गुरु ग्रंथ साहब ਨੂੰ 1708 ਵਿੱਚ ਬਖਸ਼ੀ ਜਦ ਉਹਨਾਂ ਤੇ ਪੋਲੀਟੀਕਲ ਅਸੈਸੀਨੇਸ਼ਨ ਦੀ ਅਟੈਂਪਟ ਹੋਈ। ਆਪਾਂ ਸ਼ਹਾਦਤ ਹੀ ਮੰਨਾਂਗੇ ਨਾ, ਪੋਲੀਟੀਕਲ ਅਸੈਸੀਨੇਸ਼ਨ ਦੀ ਅਟੈਂਪਟ ਹੋਈ ਹੈ। ਜਿਹੜਾ ਉਸ ਵੇਲੇ ਦਾ ਐਂਪਰਰ ਬਣ ਗਿਆ ਸੀ ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ, ਉਹਨੇ 2 ਪਠਾਨ ਭੇਜੇ ਗੁਰੂ ਸਾਹਿਬ ਨੂੰ ਮਾਰਨ ਦੇ ਲਈ। ਇੱਥੋਂ ਅੰਦਾਜ਼ਾ ਲਾਓ ਇਹ 10 ਗੁਰੂਆਂ ਨਾਲ ਇਦਾਂ ਹੋ ਰਿਹਾ ਸੀ। ਤੁਹਾਨੂੰ ਪਤਾ 6 ਚੋਂ 10 ਗੁਰੂ ਸਾਹਿਬਾਨ ਨੂੰ ਜਾਂ ਜੇਲ੍ਹ ਕੱਟੀ ਆ, ਜਾਂ ਪੋਲੀਟੀਕਲ ਪ੍ਰਿਜ਼ਨਰ ਬਣਾਇਆ, ਜਾਂ ਉਹਨਾਂ ਨੂੰ ਤਸੀਹੇ ਦਿੱਤੇ ਨੇ, ਜਾਂ ਉਹਨਾਂ ਤੇ ਪੋਲੀਟੀਕਲ ਅਸੈਸੀਨੇਸ਼ਨ ਦੀ ਅਟੈਂਪਟ ਆ, ਜਾਂ ਮਾਰਟੀਰਡਮ ਆ। 6 ਆਊਟ ਆਫ 10 ਗੁਰੂਸ। 10ਵੇਂ ਪਾਤਸ਼ਾਹ ਨਾਲ ਵੀ ਪੋਲੀਟੀਕਲ ਅਸੈਸੀਨੇਸ਼ਨ ਅਟੈਂਪਟ ਹੋ ਰਹੀ ਹੈ। ਤੇ ਅਖੀਰਲੇ 48 ਘੰਟਿਆਂ ਦੇ ਵਿੱਚ ਤੁਹਾਨੂੰ ਪਤਾ 10ਵੇਂ ਪਾਤਸ਼ਾਹ ਦਾ ਇੱਕ ਬਹੁਤ ਵੱਡਾ ਆਦੇਸ਼ ਸੀਗਾ ਕਿ ਜੇ ਕਿਤੇ ਤੁਹਾਨੂੰ ਨਾ ਸਮਝ ਆਵੇ ਕੀ ਕਰੋ, the only consultation you will do is ਗੁਰੂ ਗ੍ਰੰਥ ਸਾਹਿਬ, ਗੁਰੂ ਮਾਨਿਓ ਗ੍ਰੰਥ। ਤੇ ਸਾਡੀ ਕੋਈ ਡਿਸੀਜਨ ਲੈਣਾ ਹੁੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੰਸਲਟ ਹੀ ਨਹੀਂ ਕਰਦੇ, ਪਤਾ ਨਹੀਂ ਕੀ ਕੰਸਲਟ ਕਰਦੇ ਰਹਿੰਦੇ। ਤਾਂ ਹੀ ਅਸੀਂ ਵੀ ਆਰ ਪ੍ਰੋਫੈਸਰ ਮਹਿਬੂਬ ਸਾਹਿਬ ਹੈਗੇ ਨੇ, ਹਰਿੰਦਰ ਸਿੰਘ ਮਹਿਬੂਬ, ਉਹਨਾਂ ਨੇ ਕਿਤਾਬ ਲਿਖੀ ਇੰਨੀ ਮੋਟੀ ਸਾਜੀ ਰਚਿਓ ਖਾਲਸਾ। ਉਹਦੀ ਅਖੀਰਲੀ ਲਾਈਨ ਉਹਨਾਂ ਨੇ ਅੰਗਰੇਜ਼ੀ 'ਚ ਲਿਖੀ ਹੈ, ਸਾਰੀ ਕਿਤਾਬ ਪੰਜਾਬੀ 'ਚ ਹੈ। ਉਹ ਉਹਨਾਂ ਨੇ ਬਾਈਬਲ ਵਿੱਚ ਕੋਟ ਕਰਕੇ ਇੱਕ ਗੱਲ ਦਿੱਤੀ ਆ, ਕਹਿੰਦੇ ਦ ਕਰਾਊਨ ਹੈਜ਼ ਫਾਲਨ ਵੀ ਮਸਟ ਹੈਵ ਸਿਨ। ਕਿ ਜੇ ਅੱਜ ਸਾਡੇ ਕੋਲ ਗੁਰੂ ਦੀ ਬਖਸ਼ੀ ਹੋਈ ਪਾਤਸ਼ਾਹੀ ਨਹੀਂ ਸੰਭਾਲੀ ਜਾ ਰਹੀ, ਅਸੀਂ ਕੁਝ ਗੜਬੜ ਕੀਤੀ ਹੈ। ਉਹ ਕੀ ਗੜਬੜ ਆ? ਅਸੀਂ ਨਾਸ਼ ਡਾਕਟਰ ਭੁੱਲ ਗਏ। ਫਿਰ ਅਸੀਂ ਕਰਮ ਨਾਸ਼, ਧਰਮ ਨਾਸ਼, ਸ਼ਰਮ ਨਾਸ਼, ਕੁਲ ਨਾਸ਼, ਇਹਦੇ 'ਚ ਹੀ ਫਸੇ ਹੋਏ ਹਾਂ। ਗੁਰੂ ਦੀ ਡਾਕਟਰਿਨ ਭੁੱਲ ਗਈ, ਗੁਰੂ ਦਾ ਸ਼ਬਦ ਭੁੱਲ ਗਿਆ, ਗੁਰੂ ਨਾਲ ਇਸ਼ਕ ਕਰਨਾ ਭੁੱਲ ਗਿਆ। ਤੇ ਜਿਹੜਾ ਇਸ਼ਕ ਨਹੀਂ ਕਰਦਾ ਨਾ ਗੁਰੂ ਨਾਲ, ਉਹਨੂੰ ਇਹ ਗੱਲਾਂ ਨਹੀਂ ਸਮਝ ਆਉਣਗੀਆਂ। ਗੁਰੂ ਗ੍ਰੰਥ ਸਾਹਿਬ 'ਚ ਆਇਆ ਹੋਇਆ, ਜਿਹੜਾ ਸਿਰਫ ਇਹੀ ਦੇਖਦਾ ਕਿ ਮੇਰਾ ਫਾਇਦਾ ਹੈ ਕਰਨ ਨਾਲ ਕਿ ਨੁਕਸਾਨ ਆ, ਉਹ ਨਹੀਂ ਕਰ ਸਕਦਾ। ਇਹ ਚੰਗਾ ਚੰਗਾ ਕਰ ਮੰਨੈ, ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀਏ ਜੇ ਲਿਖੇ ਵਰਤਸ ਹੋਏ। ਤੇ ਜਿਹਨੇ 10ਵੇਂ ਪਾਤਸ਼ਾਹ ਨਾਲ ਇਸ਼ਕ ਕਰਨਾ, ਉਹ ਵੀ ਇਹ ਨਹੀਂ ਥੋੜੀ ਦੇਖੂਗੇ ਇਹਦਾ ਫਾਇਦਾ ਨੁਕਸਾਨ ਆ, ਉਹ ਤਾਂ ਫਿਰ 5 ਪਿਆਰਿਆਂ ਵਾਂਗੂ ਕਰੂਗਾ। ਤੇ ਪਿਆਰਾ ਲਫ਼ਜ਼ ਗੁਰੂ ਨੇ ਵਰਤਿਆ ਉਹ ਹੁੰਦਾ ਲਵਰਸ। ਇੱਥੇ ਮੈਂ ਗੱਲ ਖਤਮ ਕਰਾਂ। ਸਾਨੂੰ ਲਾਈਫ ਚੋਂ ਕੀ ਸਿੱਖਣ ਨੂੰ ਮਿਲ ਰਿਹਾ? ਗੁਰੂ ਸਾਹਿਬ ਨੇ ਲਫ਼ਜ਼ ਵਰਤਿਆ ਲਵਰਸ, 5 ਲਵਰਸ। ਆਪਾਂ ਨਹੀਂ ਵਰਤ ਰਹੇ ਅੱਜ ਕੱਲ੍ਹ, ਕਿਉਂਕਿ ਅਸੀਂ ਘਬਰਾਉਂਦੇ ਹਾਂ ਪਿਆਰ ਕਰਨ ਤੋਂ। ਤੁਹਾਨੂੰ ਪਤਾ ਲਵਰਸ ਪੰਜਾਬ ਦੇ ਵੱਖਰੇ ਕਿਸਮ ਦੇ ਹੀ ਨੇ। ਈਵਨ ਪੰਜਾਬ ਦੀਆਂ ਲਵ ਸਟੋਰੀਜ਼ ਵੀ ਵੱਖਰੀਆਂ ਨੇ। ਉਹ ਦੇਵਦਾਸ ਮੂਵੀ ਦੇਖ ਕੇ ਨਹੀਂ ਸਮਝ ਆਉਣਗੀਆਂ, ਕਿਉਂਕਿ ਉਹਦੇ ਤੋਂ ਲੜ ਪੈਂਦੇ ਨੇ। ਪੰਜਾਬ ਦਾ ਲਵਰ ਕਹਿੰਦਾ ਮੈਂ ਮਰਨਾ ਕਬੂਲ ਆ ਮੈਨੂੰ। ਦੇਖੋ ਕੀ ਕੀਤਾ ਸੀ ਸੱਸੀ ਨੇ, ਤੇ ਸੱਸੀ ਪੁੰਨੂ ਦੇ ਵਿੱਚ ਕੀ ਹੋਇਆ, ਤੇ ਹੀਰ ਰਾਂਝੇ ਦੇ ਵਿੱਚ ਕੀ ਹੋਇਆ, ਤੇ ਸੋਨੀ ਮਹਿਵਾਲ ਦੇ ਵਿੱਚ ਕੀ ਹੋਇਆ। ਤੇ ਭਾਈ ਗੁਰਦਾਸ ਜੀ ਨੇ ਲਿਖਤਾ ਕਿ ਜਦ ਤੱਕ ਤੁਸੀਂ ਨਹੀਂ ਸਮਝੋਗੇ ਤੁਹਾਨੂੰ ਸਮਝ ਨਹੀਂ ਆਉ ਸਿੱਖ ਤੇ ਗੁਰੂ ਦੇ ਵਿੱਚ ਕੀ ਹੁੰਦਾ। ਭਾਈ ਗੁਰਦਾਸ ਜੀ ਨੇ ਲਿਖਿਆ ਸੋਰਠ ਬੀਜਾ ਗਾਵੀਆ। ਕਹਿੰਦੇ ਤੁਹਾਨੂੰ ਪਤਾ ਸੋਰਠ ਬੀਜੇ ਦੀ ਸਟੋਰੀ? ਜੇ ਨਹੀਂ ਪਤਾ ਕਹਿੰਦੇ ਤੁਸੀਂ ਗੁਰੂ ਦੇ ਨਾਲ ਇਸ਼ਕ ਨਹੀਂ ਕਰ ਪਾਓਗੇ, ਕਰੋ ਪਤਾ ਜਾ ਕੇ। ਮੈਨੂੰ ਕਰਨੀ ਪਈ, ਮੈਨੂੰ ਵੀ ਨਹੀਂ ਆਉਂਦੀ ਸੀ ਪੰਜਾਬੀ ਦੀਆਂ ਲਵ ਸਟੋਰੀਆਂ, ਮੈਂ ਪੜ੍ਹੀਆਂ ਬਹਿ ਕੇ। ਫਿਰ ਉਹ ਲਵ ਸਟੋਰੀ ਇਦਾਂ ਹੀ ਸਿੱਖਾਂ ਦੀ ਤੇ ਗੁਰੂ ਦੀ ਆ। ਤੇ ਗੁਰੂ ਸਾਹਿਬ ਨੇ ਜਦੋਂ 5 ਉੱਠੇ ਤੇ ਉਹਨਾਂ ਨੂੰ ਕਿਹਾ 5 ਪਿਆਰੇ, the 5 lovers। ਤੇ ਲਵਰਸ ਦੀ ਸਭ ਤੋਂ ਵੱਡੀ ਕੁਆਲੀਫਿਕੇਸ਼ਨ ਹੁੰਦੀ ਹੈ the one who loves। ਜਿਹਨੇ ਪ੍ਰੀਤ ਹੀ ਨਹੀਂ ਕੀਤੀ ਫਿਰ ਉਹ ਉਮਰ ਵੱਲ ਤੱਕੂਗਾ। ਬਾਬਾ ਫਰੀਦ ਜੀ ਨੇ ਲਿਖਿਆ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਹਿੰਦੇ ਜ਼ਬਾਨੀ ਮੇਰੀ ਜਾ ਰਹੀ ਆ, ਪਿਆਰ ਮੈਂ ਕੀਤਾ ਨਹੀਂ, ਹੁਣ ਮੈਂ ਦੇਖਦਾ ਬੁਢਾਪਾ ਆ ਗਿਆ। ਤੇ ਇਦਾਂ ਹੀ ਅਸੀਂ ਗੁਰੂ ਸਾਹਿਬ ਨਾਲ ਵੀ ਪਿਆਰ ਕੀਤਾ ਨਹੀਂ ਹੁੰਦਾ, ਤੇ ਮਰਨਾ ਨੇੜੇ ਆ ਰਿਹਾ, ਭਵਰ ਗਏ ਬਗ ਬੈਠੇ ਆਏ, ਫਿਰ ਬੰਦਾ ਸੋਚ ਨਹੀਂ ਲੱਗਦਾ ਹੁਣ ਕੀ ਕਰੀਏ। ਗੁਰੂ ਸਾਹਿਬ ਨੇ ਬਣਾਏ ਸੀ ਲਵਰਸ। ਉਹ ਲਵਰਸ ਫਿਰ ਬਣੇ ਸਕਾਲਰਸ, ਮਿਊਜ਼ੀਸ਼ੀਅਨਸ, ਸੂਰਬੀਰ ਯੋਧੇ। ਉਹਨਾਂ ਨੇ ਹਿੰਦੁਸਤਾਨ ਦੀ ਤੇ ਪੰਜਾਬ ਦੀ ਦਾਸਤਾਂ ਬਦਲਤੀ ਸੀ, ਜਿਸ ਕਰਕੇ 1930s ਦੇ ਵਿੱਚ ਵੀ ਅੱਲਾ ਯਾਰ ਖਾਂ ਜੋਗੀ ਨੇ ਲਿਖਤਾ ਸੀਗਾ ਨਾਨਕ ਕੀ ਕਸਮ ਹੈ, ਕਰਤਾਰ ਕੀ ਕਸਮ ਹੈ, ਨਾਨਕ की सौगंध, सॉरी गलत बोल गया, करतार की सौगंध है, नानक की कसम है, जितनी भी हो गोबिंद की तारीफ वो कम है। सानू गुरु गोबिंद सिंह महाराज के बारे जो झड़कियां लेनिया ने, नंबर 1 सोर्स है गुरु ग्रंथ साहब। गुरबाणी तो बगैर गुरु के बारे गाना, गुरु के बारे बयान करना कुछ होर बना लांगे असी जो हो रहा। देखो हिंदुस्तान के बड़ा कुछ हो रहा, गुरु साहब बारे बड़ा पुट्ठा सीधा बोलिया जा रहा, क्योंकि गुरबाणी दे विचों गुरु है ना। बाणी गुरु, गुरु है बाणी, विच बाणी अमृत सारे। तो बाणी तो बगैर तुसीं 10वें पातशाह नूं नहीं देख सकोगे। दूसरे नंबर ते जिन्हां ने गुरु ने रब के प्यार किया उन्हां नूं देखना पैना। जिवें भाई नंद लाल गोया की लिखते हैं, जे आपां कहांगे वो तो इन्ना पहला सी, फिर पिछले 100 सालों वाले नूं देख लो ना। बीबी बलबीर कौर ने किवें देखिया 10वें पातशाह नूं, बाबा जरनैल सिंह भिडरां वाले ने किवें देखिया, भाई वीर सिंह ने किवें देखिया, भाई रणधीर सिंह ने किवें देखिया। वो तो देखो जाके फिर जिन्हों ने पिछली सेंचुरी में ही प्यार किया, उन्होंने सानू झलकियां मिलणगियां। ते जे तुसी परसनली कोई झलकी लैनी आ
ਉਹ ਭਾਈ ਨੰਦ ਲਾਲ ਗੋਇਆ ਨੇ ਦੱਸਿਆ ਹੈਗਾ, ਉੱਥੇ ਮੈਂ ਗੱਲ ਖਤਮ ਕਰਦਾ। ਉਹ ਕਹਿੰਦੇ ਲੋਕੀ ਤੇਰੇ ਪਿਆਰ ਦੇ ਬਾਰੇ ਕੀ ਲਿਖ ਰਹੇ ਨੇ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅੱਜ ਕੱਲ੍ਹ ਬੜਾ ਕੁਝ ਲਿਖਿਆ ਜਾ ਰਿਹਾ ਪੁੱਠਾ ਸਿੱਧਾ ਗੁਰੂਆਂ ਬਾਰੇ। ਇਹ ਭਾਈ ਨੰਦ ਲਾਲ ਜੀ ਨੇ ਲਿਖਿਆ, ਜਿਨ੍ਹਾਂ ਨੇ ਆਪ ਪਿਆਰ ਕੀਤਾ ਤੇ ਗੁਰੂ ਦੀ ਕੋਰਟ ਵਿੱਚ ਸਰਵ ਕਰਨ ਗਏ। ਉਹਨਾਂ ਨੇ ਲਿਖਿਆ ਮਾਜੁਜ਼ ਹਦੀਸ ਸੇ ਇਸ਼ਕੇ ਤੂ। ਹਦੀਸ ਹੁੰਦੀ ਹੈ ਓਰਲ ਟ੍ਰੈਡੀਸ਼ਨ, ਇਸਲਾਮਿਕ ਵਰਡ ਹੈਗਾ, ਜਿਹਨਾਂ ਨੂੰ ਆਪਾਂ ਜਨਮ ਸਾਖੀਆਂ ਵਾਂਗੂ ਆਖ ਦਿੰਦੇ ਹਾਂ। ਕਹਿੰਦੇ ਮਾਜੁਜ਼ ਹਦੀਸ ਸੇ ਇਸ਼ਕੇ ਤੂ, ਤੇਰੇ ਪਿਆਰ ਦੇ ਵਿੱਚ ਲੋਕੀ ਕੀ ਬੋਲ ਰਹੇ ਨੇ। ਹਰਫੀ ਨਾ ਖਵਾਂਦੀਨ, ਹਰਫ ਹੁੰਦੇ ਨੇ ਲੈਟਰਸ, ਖਵਾਂਦੀਨ ਹੁੰਦਾ ਲਿਖਣਾ ਪਰਸ਼ੀਅਨ ਦੇ ਵਿੱਚ। ਕਹਿੰਦੇ ਜਿਹੜੇ ਤੇਰੇ ਪਿਆਰ ਦੀਆਂ ਗੱਲਾਂ ਨੂੰ ਅੱਜ ਕਿਸ ਤਰ੍ਹਾਂ ਲਿਖਿਆ ਜਾ ਰਿਹਾ, ਆਮ ਨੋਟ ਇੰਟਰਸਟਿਡ, ਕਿਉਂਕਿ ਪਤਾ ਨਹੀਂ ਕੀ ਲਿਖੀ ਜਾ ਰਹੇ ਨੇ। ਕਹਿੰਦੇ ਲੇਕਿਨ ਮੈਂ ਕਿਸ ਚੀਜ਼ 'ਚ ਇੰਟਰਸਟਿਡ ਹਾਂ, ਸਿੱਖਾਂ ਨੂੰ ਇਸ਼ਾਰਾ ਕਿ ਅਸੀਂ ਕਿਸ ਚੀਜ਼ 'ਚ ਇੰਟਰਸਟ ਲਈਏ। ਕਹਿੰਦੇ ਦਰ ਰਾਹ ਇਸ਼ਕੇ ਈਨ ਹਮੈਂ ਤਕਰਾਰ ਮੀ ਕੁਨੀਨ। ਕਹਿੰਦੇ ਤੇਰੇ ਪਿਆਰ ਦੇ ਦਰ ਤੇ ਤੁਰ ਕੇ ਕਿਵੇਂ ਜਾਣਾ, ਇਸ ਗੱਲ ਦੀ ਤਿਆਰੀ ਕਰ। ਇਹ ਨਾ ਦੇਖ ਲੋਕੀ ਤੇਰੇ ਪਿਆਰ ਬਾਰੇ ਕੀ ਬੋਲੀ ਜਾ ਰਹੇ ਨੇ, ਤੇਰੀ ਆਪਣੀ ਤਿਆਰੀ ਹੈਗੀ ਕਿ ਤੂੰ ਵੀ ਇਸ ਮਾਰਗ ਤੇ ਜਾਣਾ ਜੋ ਗੁਰੂ ਗ੍ਰੰਥ ਸਾਹਿਬ 'ਚ ਆ ਗਿਆ, ਜੋ ਤੋਂ ਪ੍ਰੇਮ ਖੇਲਣ ਕਾ ਚਾਓ। ਦਿਸ ਇਜ਼ ਦ ਗੇਮ ਆਫ ਲਵ। ਜਿਨ੍ਹਾਂ ਨੇ ਖੇਡਣੀ ਆ ਉਹ ਇਸ ਮਾਰਗ ਤੇ ਆਉਣ। ਉਹ ਇਸ ਮਾਰਗ ਨੇ ਫਿਰ ਇਹ ਨਾ ਦੇਖਣ ਕਿ ਇਸ ਮਾਰਗ ਦਾ ਵਿਸ਼ਲੇਸ਼ਣ ਕਰਨ ਵਾਲੇ ਕੀ ਕਰ ਰਹੇ ਨੇ। ਇਹ ਸਪੈਕਟੇਟਰ ਸਪੋਰਟ ਨਹੀਂ ਹੈਗਾ, ਦੇਖਣ ਕਾ ਚਾਓ ਨਹੀਂ ਲਿਖਿਆ ਇੱਥੇ। ਤਾਂ ਭਾਈ ਨੰਦ ਲਾਲ ਗੋਇਆ ਨੇ ਦੱਸਤਾ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਇਸ਼ਕ ਕਰਨਾ, ਪ੍ਰੀਤ ਕਰਨੀ, ਮੁਹੱਬਤ ਕਰਨੀ, ਉਹ ਇਸ ਰਾਹ ਤੇ ਤੁਰਨ ਦੀ ਤਿਆਰੀ ਕਰਨ। ਦਰ ਰਾਹ ਇਸ਼ਕ ਈਨ ਹਮੈਂ ਤਕਰਾਰ ਮੀਕ ਨਹੀਂ, ਉਹਨਾਂ ਨਾਲ ਬਹਿ ਕੇ ਗੱਲਾਂ ਕਰੋ। ਜਿਵੇਂ ਗੁਰਬਾਣੀ ਵਿੱਚ ਇਹੀ ਇਨਵੀਟੇਸ਼ਨ ਆ ਕਿ ਉਹ ਸਖੀਆਂ ਬਣਾਓ ਜਿਹੜੀ ਉਹਦੇ ਨਾਲ ਮੇਲ ਕਰਨੀਆਂ ਚਾਹੁੰਦੀਆਂ ਨੇ। ਇਹੀ ਲਿਖਿਆ ਨਾ, ਆਓ ਸਖੀ ਹਰ ਮੇਲ ਕਰੇਗਾ। ਦ ਗਰਲਫ੍ਰੈਂਡਸ, ਦ ਸਿਸਟਰਸ ਐਂਡ ਦ ਸੰਗਤੀ ਰੂਪ ਵਿੱਚ ਗੱਲ ਆਈ ਆ, ਉਹਨਾਂ ਨੂੰ ਫਰੈਂਡਸ ਬਣਾਓ ਜਿਹੜੇ ਉਹਨੂੰ ਮਿਲਣੀਆਂ ਚਾਹੁੰਦੀਆਂ ਨੇ। ਤਾਂ ਇਹ ਮਿਲਣ ਦੀ ਤਿਆਰੀ ਦੀ, ਫਰੈਂਡਸ਼ਿਪ ਦੀ ਤਿਆਰੀ ਅਸੀਂ ਵੀ ਕਰੀਏ। ਇੱਕ ਦੂਜੇ ਨੂੰ ਦੇਖ ਕੇ ਨਾ ਇਹ ਸਟੇਟਮੈਂਟ ਦਿਆ ਕਰੋ ਇਹ ਦੇਖਣ ਨੂੰ ਸਿੱਖਿਆ ਉਹ ਨਹੀਂ ਆ, ਅਸੀਂ ਸਾਰੇ ਬਹਿਰੂਪੀਆਂ ਫਿਰਦੇ ਹਾਂ, ਤਾਂ ਹੀ ਪੰਥ ਦਾ ਇੰਨਾ ਨੁਕਸਾਨ ਹੋ ਰਿਹਾ। ਸਿੱਖਾਂ ਨੂੰ ਤਿਆਰ ਕੀਤਾ ਗਿਆ ਕਿ ਅੰਦਰੋਂ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਤੇ ਜਿਹੜਾ ਦਿਲੋਂ ਮੁਹੱਬਤ ਕਰਦਾ ਫਿਰ ਉਹ ਗੁਰੂ ਦਾ ਰੂਪ ਵੀ ਲੈ ਕੇ ਆਓ ਅਸਲੀ ਮਾਇਨਿਆਂ ਵਿੱਚ, ਕਿਉਂਕਿ ਗੁਰਬਾਣੀ 'ਚ ਆ ਗਿਆ ਜਿਹੜਾ ਅੰਦਰੋਂ ਨਿਰਮਲ ਆ ਫਿਰ ਉਹ ਬਾਹਰੋਂ ਨਿਰਮਲ ਵੀ ਹੁੰਦਾ। ਸਾਡੀ ਉਹ ਦੋਨੋਂ ਤਿਆਰੀਆਂ ਹੋਣਗੀਆਂ, ਅਸੀਂ ਵੀ 10ਵੇਂ ਪਾਤਸ਼ਾਹ ਨੂੰ ਇਸ ਲੈਵਲ ਤੇ ਦੇਖ ਸਕੀਏ, ਅਸੀਂ ਵੀ ਉਹਨਾਂ ਦੇ ਦੀਦਾਰ ਕਰ ਸਕੀਏ। ਇਹ ਅਰਦਾਸਾਂ ਕਰਕੇ ਜਾਓ। ਤੇ ਇਹਦੇ ਲਈ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਆ, ਤੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਸ਼ਕ ਕੀਤਾ ਉਹਨਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਫਿਰ ਅਸੀਂ ਵੀ ਇਸ ਮਾਰਗ ਤੇ ਚੱਲਣ ਦੀ ਤਿਆਰੀ ਕਰ ਸਕਦੇ ਹਾਂ। ਇਹਨਾਂ ਸ਼ਬਦਾਂ ਨਾਲ ਅਰਦਾਸ ਖਿਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।